ਇਹ ਕਹਿੰਦਾ ਜੇਕਰ ਹਾਹੇ ਤੋਂ ਪਹਿਲਾਂ ਅੱਖਰ ਦੇ ਨਾਲ ਲਾਂ ਦਾ ਉਚਾਰਨ ਹੋਵੇ ਤਾਂ ਉਸ ਲਾਂ ਨੂੰ ਸਿਹਾਰੀ ਵਿੱਚ ਬਦਲ ਦਿੱਤਾ ਜਾਂਦਾ ਹੈ। ਠੀਕ ਹੈ, ਲਾਂ ਵਾਲੇ ਅੱਖਰ ਜਿਹੜੇ ਆ ਉਹ ਸਿਹਾਰੀ ਵਿੱਚ ਬਦਲ ਜਾਂਦੇ ਹਨ। ਠੀਕ ਹੈ, ਉਸ ਤੋਂ ਬਾਅਦ ਆ ਜਾਂਦਾ ਹੈ ਦੁਲਾਵਾਂ। ਲਾਵਾਂ ਦੁਲਾਵਾਂ, ਲਾਂ ਦੁਲਾਵਾਂ ਵਾਲੇ ਚ ਕੀ ਹੈ, ਜਦੋਂ ਦੁਲਾਵਾਂ ਹੁੰਦੀਆਂ ਉਹ ਤੇ ਹਾਹਾ ਵੀ ਨਾਲ ਹੁੰਦਾ। ਦੁਲਾਵਾਂ ਨੂੰ ਖਤਮ ਕਰ ਦੋ ਤੇ ਹਾਹੇ ਨਾਲ ਸਿਹਾਰੀ ਪਾ ਦੋ। ਠੀਕ ਹੈ, ਇਹ ਦੇਖੋ ਜਰਾ, ਹਾਹੇ ਤੋਂ ਪਹਿਲੇ ਅੱਖਰ ਨਾਲ ਦੁਲਾਂ ਦਾ ਉਚਾਰਨ ਹੋਵੇ ਤਾਂ ਉਸ ਅੱਖਰ ਨਾਲ ਦੁਲਾਂ ਨੂੰ ਹਟਾ ਕੇ ਹਾਹੇ ਨੂੰ ਸਿਹਾਰੀ ਲਗਾਈ ਜਾਂਦੀ ਹੈ। ਇਹ ਮੋਟੇ-ਮੋਟੇ ਫਾਰਮੂਲੇ ਆ ਜਿਹਦੇ ਨਾਲ ਕਦੀ ਸ਼ੁੱਧ ਜਿਹੜਾ ਤੁਹਾਡਾ ਗਲਤ ਨਹੀਂ ਹੋਏਗਾ ਪੇਪਰ 'ਚ ਬਹੁ ਵਿਕਲਪੀ 'ਚ। ਇਹ ਕਹਿੰਦਾ ਸ਼ਹਿਦ, ਦੁਲਾਵਾਂ ਖਤਮ ਕਰ ਦੋ, ਹਾਹੇ ਨੂੰ ਸਿਹਾਰੀ ਪਾ ਦੋ, ਸ਼ਹਿਦ। शहर, फिर दुलावा खत्म करोगे, फिर हाय में सिहारी पा दोगे। दोपहर, फिर खत्म करोगे दुलावा, हाय में सिहारी पाओगे। जहर, फिर खत्म करोगे दुलावा, सिहारी। समझ आ गई? ਉਸ ਤੋਂ ਬਾਅਦ ਹੈ ਜੇ ਹਾਹੇ ਤੋਂ ਪਹਿਲਾਂ ਅੱਖਰ ਨਾਲ ਕਨੌੜਾ ਆਂਦਾ ਹੈ ਤਾਂ ਕਨੌੜੇ ਦੀ ਥਾਂ ਤੇ ਹਾਹੇ ਨੂੰ ਔਂਕੜ ਲਾ ਦਿੱਤੀ ਜਾਂਦੀ ਹੈ। तो ਉਹਦੇ ਵਿੱਚ ਕੀ ਹੈ, ਸੋਹਰਾ। ਠੀਕ ਹੈ, ਕਨੌੜਾ ਖਤਮ ਕਰੋ, ਜਿਸ ਤਰ੍ਹਾਂ ਅਸੀਂ ਲਾਂ ਦੁਲਾਂ ਖਤਮ ਕੀਤੀ, ਐਸੇ ਕਨੌੜਾ ਖਤਮ ਕਰੋਗੇ, ਹਾਹੇ ਨੂੰ ਔਂਕੜ ਲੱਗ ਜਾਏਗੀ। ਹਾਹੇ ਦੀ ਤਰ੍ਹਾਂ ਦੇਖੋ, ਟੋਹਰ, ਕਨੌੜਾ ਖਤਮ ਕਰਕੇ ਟੈਂਕਾ, ਹਾਹੇ ਨੂੰ ਔਂਕੜ, ਰਾਰਾ, ਟੋਹਰ। ਟਾਹੂਰ ਹੁੰਦਾ, ਟਾਹੂਰ। ਠੀਕ ਹੈ, ਅਹੁਦਾ, ਐੜਾ, ਹਾਹੇ ਨੂੰ ਔਂਕੜ, ਦੱਦੇ ਨੂੰ ਕੰਨਾ, ਅਹੁਦਾ। ਉਹਦਾ ਨਹੀਂ ਹੁੰਦਾ, ਅਹੁਦਾ। ਨਹੁੰ, ਨੇਲ, ਨਾਹੂ, ਨੰਨਾ, ਹਾਹੇ ਨੂੰ ਔਂਕੜ ਉੱਪਰ ਟਿੱਪੀ ਪਏਗੀ ਇਹਦੇ ਨਾਲ। ਗੱਗਾ ਤੇ ਘੱਗੇ ਦੀ ਵਰਤੋਂ। ਗੱਗਾ ਤੇ ਘੱਗਾ ਕੀ ਹੈ, ਗੱਗੇ ਦੀ ਥਾਂ ਉੱਤੇ ਇੰਡੀਕੇਟ ਕਰ ਲਓ ਅੱਖਰ ਨੂੰ, ਗੱਗਾ ਹਾਈਫਨ ਪਾ ਕੇ ਘੱਗਾ, ਗੱਗੇ ਵਾਲੇ ਸ਼ਬਦਾਂ ਨੂੰ ਘੱਗੇ ਦੇ ਵਿੱਚ ਬਦਲਿਆ ਜਾਂਦਾ ਹੈ। ਤਾਂ ਉਗ ਸੁਗ, ਕਹਿੰਦਾ ਕੋਈ ਉਗ ਸੁਗ ਲੱਗੀ, ਉਸਦਾ ਕੋਈ ਥਾਂ ਪਤਾ ਲੱਗਾ, ਉਹ ਕਿੱਥੇ ਰਹਿੰਦਾ ਹੈ, ਉਗ ਸੁਗ। ਤਾਂ ਘੱਗਾ ਕੀ ਹੈ, ਗੱਗਾ ਔਰ ਘੱਗਾ, ਉਹਦੇ ਵਿੱਚ ਤੁਸੀਂ ਗੱਗਾ ਔਰ ਘੱਗੇ ਨੂੰ ਚੇਂਜ ਕਰ ਦੋਗੇ ਘੱਗੇ 'ਚ, ਗੱਗੇ ਨੂੰ ਚੇਂਜ ਕਰੋਗੇ ਘੱਗੇ ਨਾਲ, ਉਗ ਔਰ ਸੁਗ, ਸੁਗ ਦੀ ਗੱਗੇ ਨਾਲ ਚੇਂਜ ਕਰਕੇ ਸੁਗ ਬਣ ਜਾਏਗਾ। ਸੰਗਣਾ, ਗੱਗੇ ਨੂੰ ਚੇਂਜ ਕਰੋ, ਘੱਗਾ ਪਾ ਦੋ, ਸੰਗਣਾ। ਮੰਗਿਆਈ, ਮੰਗਿਆਈ ਨੂੰ ਅੰਡਰਲਾਈਨ ਕਰਕੇ ਰੱਖ ਲੈਣਾ, ਕਿਉਂਕਿ ਮੰਗਿਆਈ ਗੱਗੇ ਘੱਗੇ ਨਾਲ ਨਹੀਂ ਚੇਂਜ ਹੁੰਦੀ। ਮੰਗਿਆਈ ਦੇ ਸਪੈਲਿੰਗ ਹੁੰਦੇ ਮਹਿੰਗਾਈ, ਮਹਿੰਗਾਈ। ਇਹ ਗੱਗੇ ਘੱਗੇ ਨਾਲ ਚੇਂਜ ਨਹੀਂ ਹੁੰਦੀ, ਇਸ ਦਾ ਅਲੱਗ ਹੈ। ਵੈਸੇ ਮੰਗਿਆਈ ਅਸੀਂ ਬੋਲਣ ਵਿੱਚ ਕਈ ਵਾਰੀ ਬੋਲ ਦਿੰਦੇ ਹਾਂ, ਪਰ ਹੈ ਕਿ ਮਹਿੰਗਾਈ। ਡੱਡਾ ਅਤੇ ਢੱਡੇ ਦੀ ਵਰਤੋਂ। ਆਂਢ ਗੁਆਂਢ, ਢੱਡਾ, ਆਂਢ ਗੁਆਂਢ। ਬੋਲਣ 'ਚ ਆਂਢ ਗੁਆਂਢ ਹੀ ਲਿਖਦੇ ਹਾਂ ਅਸੀਂ, ਡੱਡੇ ਨਾਲ ਲਿਖਦੇ ਨੇ ਡਮਰੂ ਵਾਲਾ, ਪਰ ਕੀ ਹੈ ਆਂਢ ਗੁਆਂਢ। ਡੱਡੂ, ਡੱਡੂ ਵਾਲੇ ਨੂੰ ਕੱਟ ਕੇ ਢੱਡਾ, ਢੋਲ। ਸਾਂਢੂ, ਅਸੀਂ ਸਾਂਢੂ ਕੱਲ ਕੀਤਾ ਵੀ ਸੀਗਾ, ਜਿਹੜੀ ਤੁਹਾਡੀ ਉਹ ਕਰਵਾਏ ਸੀਗੇ ਬਹੁਤ ਹੀ ਸ਼ਬਦਾਂ ਥਾਂ ਇੱਕ ਸ਼ਬਦ ਕਰਾਏ ਸੀਗੇ, ਹਨਾ। ਵੋਟੀ ਦੀ ਭੈਣ ਤਾਲੀ, ਉਹਦਾ ਘਰ ਵਾਲਾ ਸੀ ਸਾਂਢੂ। ਸਾਂਢੂ ਢੱਡੇ ਨਾਲ ਫਿਰ ਆਏਗਾ, ਸਾਂਢੂ। ਗੰਢੜੀ, ਡੱਡਾ ਖਤਮ ਕਰੋਗੇ, ਢੱਡੇ ਨਾਲ ਆਏਗਾ ਗੰਢੜੀ। ਕਢਾਈ ਵੀ ਢੱਡੇ ਨਾਲ ਆਏਗਾ, ਕਢਾਈ। ਨਾਣਾ ਤੇ ਨੰਨਾ, ਨਾਣਾ ਤੇ ਨੰਨਾ ਕੀ ਹੈ, ਜਿਸ ਦਾ ਉਚਾਰਨ, ਉਚਾਰਨ ਦੇ ਨਾਲ ਕੀ ਸ਼ਬਦ ਹੈ ਦੇ ਅਨੁਸਾਰ ਤਿੰਨ ਜਾਂ ਇਸ ਤੋਂ ਪਹਿਲੇ ਅੱਖਰਾਂ ਦੇ ਜੋੜ ਸਮੇਂ ਰਾਰਾ ਤੋਂ ਪਿੱਛੋਂ ਹਮੇਸ਼ਾ ਨੰਨਾ ਆਉਂਦਾ ਹੈ। ਕਹਿੰਦੇ ਜੇ ਤਿੰਨ ਸ਼ਬਦ ਹੁੰਦੇ ਆ ਨਾ ਤੇ ਪਿੱਛੇ ਕਹਿੰਦੇ ਨਾਣਾ ਲਿਖ ਦੋ, ਤੇ ਨਾਣੇ ਨੂੰ ਖਤਮ ਕਰਕੇ ਨੰਨਾ ਪਾ ਦੋ। ਉਚਾਰਨ, ਉਚਾਰਨ ਨਹੀਂ ਹੁੰਦਾ, ਉਚਾਰਨ ਹੁੰਦਾ ਹੈ। ਪਹਿਲੇ ਵਿਆਕਰਣ ਨਾਣੇ ਨਾਲ ਆ ਰਹੀ ਸੀ, ਹੁਣ ਵਿਆਕਰਣ ਤੁਸੀਂ ਦੇਖੋਗੇ ਵਿਆਕਰਣ ਦੇ ਉੱਪਰ ਨੰਨਾ ਲਿਖਿਆ ਹੋਇਆ, ਹੁਣ ਵਿਆਕਰਣ ਜਿਹੜੀ ਆ ਉਹ ਨੰਨੇ ਦੇ ਨਾਲ ਆ ਰਹੀ ਹੈ। ਪੂਰਨ, ਫਿਰ ਨਾਣਾ ਖਤਮ ਕਰੋਗੇ, ਨੰਨਾ ਪਾਓਗੇ। ਸਧਾਰਨ, ਸਧਾਰਨ, ਫਿਰ ਨੰਨਾ ਪਾਓਗੇ। ਮੰਮਾ ਤੇ ਵਵਾ, ਮਾਂ ਤੇ ਵ ਦੀ ਵਰਤੋਂ ਪੰਜਾਬੀ ਵਿੱਚ ਕੀ ਹੈ, ਮੰਮੇ ਦੀ ਥਾਂ ਤੇ, ਬੱਬੇ ਦੀ ਥਾਂ ਤੇ ਮਾਂ ਬੋਲਿਆ ਜਾਂਦਾ ਹੈ। ਇਹਨਾਂ ਦੀ ਵਰਤੋਂ ਸਮੇਂ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਕਈ ਜਗ੍ਹਾ ਤੇ ਅਸੀਂ ਦੇਖਦੇ ਹਾਂ, ਅਸੀਂ ਭਾਸ਼ਾਵਾਂ ਕੀਤੀਆਂ ਉਪ ਭਾਸ਼ਾਵਾਂ, ਉੱਥੇ ਕੀ ਬੋਲਦੇ, ਤੀਵੀਂ ਨੂੰ, ਤੀਵੀਂ ਨੂੰ ਤੀਮੀ,
छेवां नूं छेवां में म और व च फर्क देखदे ही नहीं ਉਹ और जिस तरह भी ਉੱਥੇ ਦੀ ਬੋਲੀ ਹੁੰਦੀ ਉਹ ਬੋਲੀ ਉਸ ਹਿਸਾਬ ਨਾਲ ਉਹ ਬੋਲਦੇ ਰਹਿੰਦੇ ਇੱਥੇ ਕੀ ਹੈ ਇੱਥੇ ਕਹਿੰਦਾ ਹੈ ਜਿਵੇਂ ਤੀਵੀਂ ਮਾਂ ਦੀ ਥਾਂ ਤੇ ਵਰਡ ਚੇਂਜ ਕਰੋਗੇ ਲਾਵਾਂ ਥੱਪੜ ਲਾਵਾਂ ਕਹਿੰਦਾ ਇਹ ਲਾਵਾਂ ਇੱਕ ਲਾਵਾਂ ਫੇਰੇ ਲੈਣੀਆਂ ਸੇਮੀਆਂ ਉਧਰ ਬੋਲਣ ਦੇ ਟਕਸਾਲੀ ਤੇ ਸੇਮੀਆਂ ਔਰ ਹੁੰਦਾ ਕੀ ਹੈ ਸੇਮੀਆਂ ਵਵੇ ਦੇ ਨਾਲ ਹੁੰਦਾ ਸੇਮਾ ਔਰ 6 ਅੱਖਰ 6 ਤਾਂ ਛੇਵਾਂ ਵਵੇ ਦੇ ਨਾਲ ਉੱਪਰ ਬਿੰਦੀ ਛੇਵਾਂ ਵਵੇ ਦੇ ਪੈਰੀ ਵਰਤੋਂ ਆਮ ਸ਼ਬਦਾਂ ਵਿੱਚ ਇਸ ਨੂੰ ਜਾਂ ਤਾਂ ਪੂਰਾ ਲਿਖਿਆ ਜਾਂਦਾ ਹੈ ਜਾਂ ਕਹਿੰਦਾ ਔਂਕੜ ਬਦਲ ਦਿੱਤਾ ਜਾਂਦਾ ਹੈ ਸੰਸਕ੍ਰਿਤ ਮੂਲ ਵਾਲੇ ਸ਼ਬਦਾਂ ਦੇ ਵਿੱਚ ਤਾਂ ਇਸ ਦੀ ਵਰਤੋਂ ਪੈਰੀ ਹੁੰਦੀ ਹੈ ਜਿਹੜੇ ਸੰਸਕ੍ਰਿਤ ਦੇ ਮੂਲ ਸ਼ਬਦ ਹੈ ਉੱਥੋਂ ਐਜ਼ ਇਟ ਇਜ਼ ਪੈਰ ਵਿੱਚ ਰਾਰਾ ਪਾਉਂਦੇ ਆ ਪਰ ਅਸੀਂ ਰਾਰੇ ਨੂੰ ਸਿੱਧਾ ਕਰਕੇ ਲਿਖ ਸਕਦੇ ਹਾਂ ਇੱਥੇ ਕੀ ਹੈ ਸਵਾਰਥ ਵਵਾ ਹੈ ਵਵੇ ਦੀ ਅੱਖਰ ਹੈ ਰਾਰਾ ਵੀ ਵਵਾ ਵੀ ਔਰ ਹਾਹਾ ਵੀ ਵਵਾ ਕੀ ਹੈ ਸਵਾਰਥ स्वार्थ बोबे नु कन्ना रारा थत्था स्वार्थ ईश्वर ईड़ी नु बिहारी सस्य दे पैर च बिंदी बवा रारा ईश्वर ऐसे देखो सब तंत्र ये कहंदे कई जगह ते ववे दी हटा के औंकड़ भी पाई जाती है सब तंत्र जेड़ा बदलिया जाएगा शुद्ध दे विच वो सुतंत्र बनेगा ववे नु खत्म करके ववा विच नहीं लिखोगे सब तंत्र नहीं लिखोगे ववे नु खत्म करोगे सुतंत्र बना दोगे सुतंत्रता ਯਈਏ ਦੀ ਵਰਤੋਂ ਹਿੰਦੀ ਸੰਸਕ੍ਰਿਤ ਸ਼ਬਦਾਂ ਦੇ ਅੰਤ ਵਾਲਾ ਯਈਆ ਪੰਜਾਬੀ ਵਿੱਚ ਅਲੋਪ ਹੋ ਜਾਂਦਾ ਹੈ ਹਿੰਦੀ ਵਿੱਚ ਯਈਆ ਬੋਲਿਆ ਜਾਂਦਾ ਸੂਰਿਆ ਤਾਂ ਅਸੀਂ ਨਹੀਂ ਬੋਲਦੇ ਅਸੀਂ ਕਹਿੰਦੇ ਸੂਰਜ ਅਸੀਂ ਯਈਏ ਦੀ ਵਰਤੋਂ ਇੰਨੀ ਨਹੀਂ ਕਰਦੇ ਇਹ ਕਹਿੰਦਾ ਹਿਰਦੇ ਹਿਰਦੇ ਹਿਰਦਾ ਸਮੇਂ ਸਮਾਂ ਸੂਰਿਆ ਸੂਰਜ ਵਿਦਿਆਲਿਆ ਵਿਦਿਆਲਾ ਅਸੀਂ ਕਹਿੰਦੇ ਨੇ ਵਿਦਿਆਲਾ ਅਸੀਂ ਯਈਏ ਨੂੰ ਖਤਮ ਕਰ ਦਿੰਦੇ ਹਾਂ ਕੁਝ ਅਜਿਹੇ ਸ਼ਬਦ ਵੀ ਹੁੰਦੇ ਹਨ ਹੁਣ ਪੈਰੀ ਰਾਰਾ ਪਹਿਲੇ ਬੋਬਾ ਸੀਗਾ ਫਿਰ ਯਈਆ ਫਿਰ ਪੈਰੀ ਚ ਰਾਰਾ ਔਰ ਇੱਥੇ ਕੀ ਸੀਗਾ ਰਾਰੇ ਦੀ ਵਰਤੋਂ ਸੰਬੰਧੀ ਸੰਸਕ੍ਰਿਤ ਸ਼ਬਦਾਂ ਨੂੰ ਪੰਜਾਬੀ ਵਿੱਚ ਪੂਰੇ ਰ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਯਾਤਰਾ ਪੈਰ ਚ ਰਾਰੇ ਨੂੰ ਕਰਨਾ ਯਾਤਰਾ ਔਰ ਹੁਣ ਕੀ ਆ ਰਿਹਾ ਹੁਣ ਸ਼ੁੱਧਤਾ ਦੇ ਵਿੱਚ ਜੱਜੇ ਦੇ ਨਾਲ ਪਾਣਾ ਸ਼ੁਰੂ ਕਰਤਾ ਯਾਤਰਾ पर ਹੁੰਦਾ ਕੀ ਹੈ ਯਾਤਰਾ ਪੈਰ ਚ ਰਾਰਾ ਹੈ ਕਿ ਤੇ ਸਿੱਧਾ ਯਾਤਰਾ ਕਰ ਦੋਗੇ ਜੇ ਯਾਤਰਾ ਆਂਦਾ ਤੇ ਜੱਜੇ ਨੂੰ ਕੰਨਾ ਤੱਤਾ ਰਾਰੇ ਨੂੰ ਕੰਨਾ ਯਾਤਰਾ ਕਰੋ ਠੀਕ ਹੈ ਮੰਤਰੀ ਸਿੱਧਾ ਕਰਕੇ ਲਿਖ ਦੋਗੇ ਮੰਤਰੀ ਇਸਤਰੀ ਨੂੰ ਵੀ ਪੈਰ ਚੋਂ ਹਟਾ ਕੇ ਸਿੱਧਾ ਲਿਖ ਦੋਗੇ ਇਸਤਰੀ ਕ੍ਰਮ ਕਰਮ ਭ੍ਰਮ ਪਰਮ ਹਿੰਦੀ ਵਿੱਚ ਬੋਲੇ ਜਾਂਦੇ ਆ ਪੰਜਾਬੀ ਚ ਅਸੀਂ ਇਹਨਾਂ ਨੂੰ ਸਿੱਧਾ ਕਰ ਦਿੰਦੇ ਹਾਂ ਅੰਗਰੇਜ਼ੀ ਦਾ ਕੁਝ ਸੰਸਕ੍ਰਿਤ ਮੂਲ ਵਾਲੇ ਸ਼ਬਦਾਂ ਦੇ ਪੈਰਾਂ ਹੇਠ ਰਾਰਾ ਹੀ ਲੱਗਦਾ ਹੈ ਜਿਵੇਂ ਗ੍ਰੰਥ ਗ੍ਰੰਥ ਦੇ ਵਿੱਚ ਉੱਥੇ ਰਾਰਾ ਪਾ ਦਿੰਦੇ ਪ੍ਰਿੰਸੀਪਲ ਪ੍ਰਿੰਸੀਪਲ ਵੀ ਸਿੱਧਾ ਜਿਹੜਾ ਹੈ ਉਹਨੂੰ ਪੈਰ ਚ ਰਾਰਾ ਪਾ ਕੇ ਠੀਕ ਕਰ ਦਾਂਗੇ ਅੰਮ੍ਰਿਤ ਅੰਮ੍ਰਿਤ ਵੀ ਪੈਰ ਚ ਰਾਰਾ ਪਾ ਕੇ ਜਿਹੜਾ ਹੈ ਉਹ ਸ਼ੁੱਧ ਹੁੰਦਾ ਹੈ ਮਲਹਮ ਪੈਰੀ ਹਾਹਾ ਦੀ ਵਰਤੋਂ ਨੰਨਾ ਮੰਮਾ ਰਾਰਾ ਲੱਲਾ ਰਾੜਾ ਇਹ ਅੱਖਰਾਂ ਦੇ ਪੈਰ ਵਿੱਚ ਹਾਹਾ ਪੈਂਦਾ ਹੈ ਪੜ੍ਹ ਪੈਰ ਚ ਹਾਹਾ ਪੜ੍ਹ ਅਸੀਂ ਬੋਲਦੇ ਹਾਂ ਪੜ੍ਹ ਪੈਰ ਚ ਹਾਹਾ ਪੈਂਦਾ ਹੈ ਉਸ ਤਰ੍ਹਾਂ ਇਹਨੂੰ ਯਾਦ ਕਰੋਗੇ ਉਨਹਾ ਅਸੀਂ ਹੁਣਾ ਵੀ ਲਿਖ ਦਿੰਦੇ ਹਾਂ ਉਨਹਾ ਵੀ ਲਿਖਦੇ ਹਾਂ ਦੋਨੋਂ ਠੀਕ ਹੁੰਦੇ ਆ ਮਲਮ ਮਲਹਮ ਵਰਾ ਵਰਹਾ ਪੈਰ ਚ ਆਹੇ ਵਾਲੇ ਸ਼ਬਦ ਪੈਰ ਚ ਬਿੰਦੀ ਵਾਲੇ ਅੱਖਰਾਂ ਦੀ ਵਰਤੋਂ ਜਹਾਜ਼ ਗਲਤ ਜਦੋਂ ਹਲਕਾ ਜਿਹਾ ਸਟ੍ਰੈਸ ਪੈਂਦਾ ਹੈ ਖੁਸ਼ ਸ਼ੇਰ ਨੂੰ ਕੀ ਹੈ ਸ਼ੇਰ ਸ਼ਖਸੀਅਤ ਸ਼ ਔਰ ਸੱਸੇ ਦੇ ਪੈਰ ਚ ਵੀ ਬਿੰਦੀ ਆਏਗੀ ਖੱਖੇ ਦੇ ਪੈਰ ਚ ਵੀ ਬਿੰਦੀ ਆਏਗੀ ਇੱਥੇ ਠੀਕ ਕਰ ਲੈਣਾ ਥੋੜਾ ਜਿਹਾ ਸੱਸੇ ਦੇ ਪੈਰ ਚ ਬਿੰਦੀ ਖੱਖੇ ਦੇ ਪੈਰ ਚ ਬਿੰਦੀ ਸ਼ ਖ ਅ ਸੀਅਤ ਸੱਸੇ ਨੂੰ ਬਿਹਾਰੀ ਐੜਾ ਤੱਤਾ ਸ਼ ਖ ਸੀਅਤ ਸ਼ਖਸੀਅਤ ਗਜ਼ਲ ਗਜ਼ਲ ਹਲਕਾ ਹਲਕਾ ਸਟ੍ਰੈਸ ਪੈਂਦਾ ਹੁਣ ਇੱਥੇ ਤੁਹਾਡੀ ਬੁੱਕ ਦੇ ਵਿੱਚ ਵੀ ਹੈ ਸੀਬੀਐਲ ਚ ਵੀ ਕਾਫੀ ਸ਼ਬਦ ਦਿੱਤੇ ਹੁੰਦੇ ਆ ਜਿਹੜੇ ਕਿ ਅਸੀਂ ਸਹੀ ਸ਼ਬਦ ਜੋੜ ਇਹ ਬੁੱਕ ਨੰਬਰ 20 ਕਰ ਲਓ ਜਰਾ ਇੱਕ ਮਿੰਟ
बुक नंबर 20 च देखो अभ्यास नंबर च इन्होंने बहु विकल्पी विच दे दिता कि सही शब्द जोड़ चुनो। सही शब्द जोड़ का मतलब की है कि इन्हां विचों जिहड़ा तुहानूं शुद्ध लिखदा है लग रहा है उसनूं असीं टिक कर दांगे। उसरना, उसाड़ना, उसरना, उसरड़ना, नाणे नूं कन्ना। असीं असीं की किया असीं हुणे नन्ने वाले कीते सीगे भी 3 अखरां तों बाद की आंदा नाना नहीं आंदा नन्ना उसरना। अगे फिर उसारना, 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 उसारना। फिर नन्ने वाला असीं लिखांगे ए वाला की है उसारना। पहले वाले दा भी ए दूसरे वाले दा भी ए। ओहला कहंदा थोड़ा जिहा पासे नूं करके ओहली करके रख दो। ओहला की है पूरे नूं औंकड़ हाहा लल्ले नूं कन्ना शॉप से बात ओहला। हाँ जी, मुझे ना अर्जेंट बेसिस पे उकती डिलीवरी चाहिए। उकती आप उकती कर सकते हैं डिलीवरी? उकती उकती ही हाँ जी, आप कब तक आहे नूं भी बिहारी है उकती उकती ऊड़े नूं औंकड़ नहीं, अभी कक्के मेरे नूं को कन्ना तत्ते नूं बिहारी। से पहले पहले चाहिए। उखली उखली विच सिर दिता तां मोह लिआंदा की डर। मुसीबत विच फसिया तां इसदा हल भी असीं आप ही करांगे। उखली 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 बी जिहड़ा है उखली वो ठीक रहेगा। उगराई उगराही उगराही उगराई। हुण दूसरा की है जिहड़ा सी वाला उगराही वो भी ठीक है। उगराही हुंदा उगराही करनी पर ਉਹਦੇ ਪਿੱਛੇ ਬਿੰਦੀ ਪਾ ਦਿੱਤੀ ਤਾਂ ਅਸੀਂ ਬਿੰਦੀ ਨਹੀਂ ਉਗਰਾਹੀ ਸਿੱਧਾ ਉਗਰਾਹੀ ਨਹੀਂ ਹੁੰਦਾ ਉਗਰਾਹੀ ਉਗਰਾਹੀ ਕਰਨਾ। ਉਗਲ ਉਂਗਲ ਉਗਲ 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 ਦੇਣਾ ਕਹਿੰਦਾ ਗੱਲ ਨੂੰ ਬਾਹਰ ਕਢਵਾਣੀ ਹੋਵੇ ਨਾ ਫਿਰ ਕਹਿੰਦੇ ਉਗਲ ਦੇ ਜਿਹੜਾ ਹੈ ਡੀ ਵਾਲਾ। उगण उगना और ऊंगना उगना ऊंगना भी ਹੁੰਦਾ ਹੈ। ऊंगना ਹੁੰਦਾ ਜਦੋਂ ਅਸੀਂ ਸੋ ਜਾਂਦੇ ਆ ਤਾਂ ਹਲਕਾ ਹਲਕਾ ਅਸੀਂ ਬੋਲਦੇ ਆ ਜਦੋਂ ਅਸੀਂ ਥੱਕੇ ਹੁੰਦੇ ਤਾਂ ਅਸੀਂ ਉਂਗਦੇ ਆ। ਜਦੋਂ ਅਸੀਂ ਉਂਗਦੇ ਆ ਤਾਂ ਫਿਰ ਕੀ ਹੈ ਇਹ ਉਂਗਣਾ। ਔਰ ਉਗਣਾ ਕੀ ਹੈ ਜਦੋਂ ਕੋਈ ਬੂਟਾ ਉੱਗ ਜਾਂਦਾ ਊੜਾ ਇਹਨੂੰ ਔਂਕੜ ਗੱਗਾ ਨਾਣੇ ਨੂੰ ਕੰਨਾ ਉਗਣਾ। ਉਗਾਲੀ उगाली जो जानवर कोई मूँह च चीज वाला वो करके करता रहता है तो वो कहते उगाली कर रहा है मतलब वो चबा के उन्होंने अंदर लेके जाता है। मैम 8th ਦਾ डी ऑप्शन आएगा फिर किस 8th ਦਾ उगना उगना उग पौधा उगना क्योंकि उगन लिखा ना इन्हें पहले उगन उगना उगना बूटा उग गया। 10 की है अदक लगेगी कि नहीं लगेगी मैम? नहीं लगेगी अदक नहीं लगेगी ठीक है। 10 की है उड़ीक 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 फिर उड़ीक तो की है थर्ड वाला की है सेकंड वाला एक बिंदी पाती थल्ले उड़ीक। सी की है पूरे नॉम पर डडन बिहारी कक्का उड़ीक। उत्साह वैसे उत्साह लिखा है उत्साह उत्साह से बोलते हैं पर जे दो शब्द आ जाए ना उत्साह और उत्साह दोनों ठीक होंगे हैं। उत्साह उसदियां गल्लां ने मेरे अंदर उत्साह लियांदा ठीक है हिम्मत लियांदी हल्ला शेरी जिन्हें कह दिंदे हैं असीं उत्साह उत्साह भी ठीक है ये वाला भी। और वैसे की उत्साह सी उद्यम पूरे नॉम पर उपरदक दद्दा मुम्मा पहले वाला ही ठीक है उद्यम। और उसके बाद उपा उत्साह फिर दोबारा आ गया उपा उपाहा उपा उपा ਤਾਂ ਕੀ ਹੈ ਕੋਈ ਕਹਿੰਦਾ ਉਪਾਅ ਕਰ ਲਓ ਇਹ ਵੀ ਬੋਲਣ ਦੇ ਵਿੱਚ ਉਪਾਅ ਵੀ ਐੜੇ ਨਾਲ ਵੀ ਆ ਜਾਂਦਾ ਹੈ। ਜਦੋਂ ਅਸੀਂ ਰਨਿੰਗ 'ਚ ਲਿਖਦੇ ਹਾਂ ਤਾਂ ਉਦੋਂ ਊੜੇ ਨੂੰ ਉੱਪਰ ਪੱਪੇ ਨੂੰ ਕਰਨਾ ਐੜਾ ਉਪਾਅ ਹੁੰਦਾ ਹੈ। ਵੈਸੇ ਕੀ ਹੈ ਕੋਈ ਉਪਾਅ ਕਰ ਲਓ ਜਦੋਂ ਅਸੀਂ ਛੋਟਾ ਬੋਲਦੇ ਹਾਂ ਤਾਂ ਫਿਰ ਉਪਾਅ ਊੜਾ ਏ ਔਰ ਜਦੋਂ ਰਨਿੰਗ 'ਚ ਆਏਗਾ ਤਾਂ ਉਪਾਅ ਕਰ ਲਓ ਐੜੇ ਵਾਲਾ। ਉਬਾਲਾ ਚੀਜ਼ ਨੂੰ ਕੋਈ ਦੁੱਧ ਨੂੰ ਉਬਾਲਾ ਆ ਗਿਆ ਚਾਹ ਨੂੰ ਉਬਾਲਾ ਆ ਗਿਆ ਤਾਂ ਕੀ ਹੈ ਉਬਾਲਾ। उबाला की है ऊड़े नू औंकड़ बब्बे नू कन्ना लल्ले नू कन्ना उबाला फिर उबाला तो केड़े वाला आएगा पहले वाले च बिंदी पाती नहीं है उबाला बी वाला देखो ऊड़े नू औंकड़ बब्बे नू कन्ना लल्ले नू कन्ना उबाला।
16 उरला 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 उरलहा उरलहा लहा उरला उरला बनना परला उरला परला उरला की है ए उलथा उल्था उलथी उल्था उलथा ए 17 ए फिर उलार 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 फिर 18 की है उलार ए वाला फिर 19 की है उल्लू 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 और उल्लू तक की है फिर क्या आएगा उल्लू ਕਿਹੜੇ ਵਾਲਾ ਆਏਗਾ ਪ੍ਰੀਤੀ ਅਸੀਂ ਕੀਤਾ ਸੀ मैम ए वाला उ ल लू उल्लू ठीक है 20 आ गया उग सुग उंग उग 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 ਇਹ ਵੀ ਕਹਿੰਦਾ ਉਂਗਣਾ ਇੱਥੇ ਕਹਿੰਦਾ ਉਂਗਣਾ ਉਂਗਣਾ ਕੀ ਹੈ ਉਂਗਣਾ ਦੇ ਵਿੱਚ ਕੀ ਆਉਂਦਾ ਉਂਗਣਾ ਮਤਲਬ ਸੁੱਤੇ ਸੁੱਤੇ ਜਦੋਂ ਅਸੀਂ ਉਂਗਦੇ ਆ ਬਿੰਦੀ ਵਾਲਾ ਕੱਗੇ ਨਾਲ 21 ਕੀ ਹੈ ਹਲਦੀ ਔਰ ਹਲਦੀ ਹਵਾਲਾਦਾਰ ਹਵਾਲਾਦਾਰ ਹੜਪ ਹੜਪ ਇਹ ਕੀ ਕਹਿ ਰਿਹਾ ਇਹ ਹਲਦੀ ਕੀ ਹੈ ਸੈਕਿੰਡ ਵਾਲਾ ਹਾਹਾ ਲੱਲਾ ਦੱਦੇ ਨੂੰ ਬਿਹਾਰੀ ਹਲਦੀ ਜਿਹੜਾ ਉਹ ਉਹਦੀ ਸਪੈਲਿੰਗ ਠੀਕ ਹੈ ਅਸਹ ਹੁਣ ਇੱਥੇ ਵੀ ਦੇਖੋ ਦੁਲਾਵਾਂ ਅਸੀਂ ਕੀਤੀਆਂ ਦੁਲਾਵਾਂ ਨੂੰ ਖਤਮ ਕਰਕੇ ਕੀ ਕਰਨਾ ਹੈ ਦੁਲਾਵਾਂ ਨੂੰ ਖਤਮ ਕਰਕੇ ਆਪਾਂ ਹਾਹੇ ਨਾਲ ਸਿਆਰੀ ਸਿਹਾਰੀ ਦੁਲਾਵਾਂ ਨੂੰ ਖਤਮ ਕਰੋਗੇ ਅਸਹ ਹਾਹੇ ਨੂੰ ਸਿਹਾਰੀ ਦੁਲਾਵਾਂ ਨੂੰ ਰਿਮੂਵ ਕਰੋਗੇ ਅਸਤੀਫਾ ਅਸਤੀਫਾ ਏ ਐੜਾ ਸੱਸਾ ਤੱਤੇ ਨੂੰ ਬਿਹਾਰੀ ਫੁੱਫੇ ਨੂੰ ਕੰਨਾ ਪੈਰ ਚ ਬਿੰਦੀ ਅਸਤੀਫਾ ਹਾਂ ਅਸਤੀਫਾ ਸਵੀਕਾਰ सबकार सबकार स्वीकार और स्वीकार स्वीकार सीधा लिखोगे बिहारी कत्ते में पन्ना रारा स्वीकार एहसास की हो गया सी ऑप्शन आएगी ना मैम फिर इसकी स्वीकार लटकाना नहीं है स्वीकार सीधा बोलना होता लटका के नहीं बोली तो ठीक है स्वीकार सस्सा ववे ਨੂੰ ਬਿਹਾਰੀ ਕੱਕੇ ਨੂੰ ਕੰਨਾ ਰਾਰਾ ਸਵੀਕਾਰ ਸੀ 25 ਅਹਿਸਾਸ ਫਿਰ ਇਹ ਐਡ ਨੂੰ ਦੁਲਾਵਾਂ ਆ ਗਈਆਂ ਫਿਰ ਅਸੀਂ ਕੀ ਕਰਾਂਗੇ ਦੁਲਾਵਾਂ ਹਟਾ ਕੇ ਹਾਹੇ ਨਾਲ ਸਿਹਾਰੀ ਅਹਿਸਾਸ ਅਹੁਦਾ ਅਹੁਦਾ ਵੀ ਦੇਖੋ ਕਨੌੜਾ ਕਨੋੜੇ ਨੂੰ ਖਤਮ ਕਰਕੇ ਕਿੱਥੇ ਕੀ ਪਾਣਾ ਔਂਕੜ ਔਂਕੜ ਪਾ ਕੇ ਕਿਹੜੇ ਵਾਲਾ ਠੀਕ ਹੋ ਜਾਏਗਾ ਬੀ ਅਹੁਦਾ ਡੀ ਐਡ ਆਹੇ ਨੂੰ ਔਂਕੜ ਦੱਦੇ ਨੂੰ ਕਰਨਾ ਅਹੁਦਾ ਅਹਰਨ ਅਹਰਨ ਫਿਰ ਹਾਹੇ ਨਾਲ ਸਿਹਾਰੀ ਏ ਵਾਲਾ ਅਹਲਕਾਰ ਫਿਰ ਹਾਹੇ ਨੂੰ ਸਿਹਾਰੀ ਸੀ ਵਾਲਾ ਅਕਾਲੀ ਅਕਾਲੀ ਐੜਾ ਕੱਕੇ ਨੂੰ ਕੰਨਾ ਲੱਲੇ ਨੂੰ ਬਿਹਾਰੀ ਜਿੱਥੇ ਜਿੱਥੇ ਦੋ ਜਗ੍ਹਾ ਤੇ ਬਾਜ਼ਾਰ ਬੱਬੇ ਨੂੰ ਕੰਨਾ ਜੱਜੇ ਨੂੰ ਕੰਨਾ ਰਾਰਾ ਤਾਂ ਅਸੀਂ ਉਹਨਾਂ ਨੂੰ ਇੱਕ ਇੱਕ ਨੂੰ ਲਟਕਾਉਣ ਵਾਲਾ ਖਤਮ ਕਰ ਦਾਂਗੇ ਬਾਜ਼ਾਰ ਸੌਖਾ ਕਰ ਲਾਂਗੇ ਉਹਨੂੰ ਬਾਜ਼ਾਰ ਬੱਬਾ ਜੱਜੇ ਨੂੰ ਕੰਨਾ ਰਾਰਾ ਬਾਜ਼ਾਰ ਠੀਕ ਹੈ ਉਸ ਤੋਂ ਬਾਅਦ ਹੈ ਬਾਜ਼ਾਰ ਦੀ ਇੱਥੇ ਕੀ ਆ ਗਿਆ ਸੀਗਾ ਅਕਾਲੀ ਕੀ ਕਿਹੜਾ ਖਤਮ ਕਰੋ ਅਕਾਲੀ ਅਗੋਚਰ ਡੀ ਵਾਲਾ ਅਕਾਲੀ ਐੜਾ ਕਿਨ ਕਰਨਾ ਲੱਲੇ ਨੂੰ ਬਿਹਾਰੀ ਅਕਾਲੀ ਅਗੋਚਰ ਆ ਗੋ ਚੱਚਾ ਰਾਰਾ ਅਗੋਚਰ ਏ ਅਜ਼ਾਇਬ ਐੜਾ ਜੱਜ ਨੂੰ ਕਰਨਾ ਈੜੀ ਨੂੰ ਸਿਹਾਰੀ ਬੱਬਾ ਅਜ਼ਾਇਬ ਘਰ ਠੀਕ ਹੈ ਅਜੈਬ ਵੀ ਗਲਤ ਹੈ ਅਜਾਇਬ ਵੀ ਗਲਤ ਹੈ ਅਜੈਬ ਵੀ ਗਲਤ ਹੈ ਅਜ਼ਾਇਬ ਘਰ ਆਜ਼ਾਦ ਇੱਥੇ ਵੀ ਦੇਖੋ ਐੜਾ ਜੱਜ ਨੂੰ ਕਰਨਾ ਇੱਕ ਮਾਤਰਾ ਉਡਾ ਦੋਗੇ ਬਾਕੀ ਰਹਿ ਜਾਏਗਾ ਆਜ਼ਾਦ ਜੋ ਕੋਈ ਵੀ ਨਹੀਂ ਵੀ ਕਿਉਂਕਿ ਇਹਦੇ ਚ ਆਜ਼ਾਦ ਵੀ ਹੈ ਆਜ਼ਾਦ ਵੀ ਹੈ ਆਜ਼ਾਦ ਵੀ ਹੈ ਔਰ ਕੋਈ ਵੀ ਨਹੀਂ ਇਹਨਾਂ ਤਿੰਨਾਂ ਚੋਂ ਕੋਈ ਵੀ ਠੀਕ ਨਹੀਂ ਹੈ ਅਜਿਹਾ ਐੜਾ ਜੱਜ ਨੂੰ ਸਿਹਾਰੀ ਹਾਹੇ ਨੂੰ ਕੰਨਾ ਅਜਿਹਾ ਜਿਹੜੀ ਲਾ ਉਹਨੂੰ ਖਤਮ ਕਰੋਗੇ ਜੱਜ ਨਾਲ ਸਿਹਾਰੀ ਪਾ ਲੋਗੇ ਅਜੀਜ਼ सी ऑप्शन हेलो अजीज
हाँ जी, सी ऑप्शन। अजीज ए। ਐੜਾ ਜੱਜੇ ਨੂੰ ਬਿਹਾਰੀ ਪੈਰ ਚ ਬਿੰਦੀ ਜੱਜੇ ਦੇ ਪੈਰ ਚ ਬਿੰਦੀ ਅਜ਼ੀਜ਼ ਅਜ਼ੀਜ਼ ਤਾਂ ਉੱਤੇ ਕੀ ਹੈ ਹਲਕਾ ਜਿਹਾ ਸਟ੍ਰੈਸ ਪਿਆ ਅਣਗਿਣਤ ਅਣਗਿਣਤ ਅਣਗਣਿਤ ਅਣਗਿਣਨ ਤਾਂ ਅਣਗਿਣਤ ਇਹ ਵਾਲਾ 35 ਕੀ ਹੈ 35 ਵਾਲਾ ਅਣਗਿਣਤ 36 ਅਣਜਾਣ ਅਣਜਾਣ ਨਹੀਂ ਲਿਖਣਾ अनजान नहीं लिखना अनजान नहीं लिखना ये है कि अनजान मैं उसको बिल्कुल अनजान हूँ मैनू नहीं पता कौन है अदालत इत्थे भी एक मात्रा खत्म कर दो अदालत 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 बी अध्याय 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 एड़ा दद्दे नूं सिहारी एड़े नूं कन्ना ईड़ी नूं सिहारी अध्याय सी 39 अध्ययन 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 एड़ा तद्दे नूं सिहारी एड़े नूं दुलावा नन्ना अधिकार अध्ययन अधिकार अधिकार जां ए तो सी दोनों ताकि है अधिकार वैसे अधिकार सी वाला ही लिखोगे ए वाला नहीं होगा एड़ा 39 ਦਾ ਕੀ ਆਏਗਾ 39 ਦਾ 39 ਦਾ ਅਧਿਐਨ ਅਧਿਐਨ ਸੀ ਐੜਾ ਤੱਦੇ ਨੂੰ ਸਿਹਾਰੀ ਐੜੇ ਨੂੰ ਬੁਲਾਉਣਾ ਠੀਕ ਹੈ ਇਹ ਸਾਡੀ ਬੁੱਕ ਦੇ ਸੀਗੇ ਇਹਦੇ ਵਿੱਚ ਹੋਰ ਵੀ ਹੈ ਇਹਨਾਂ ਨੂੰ ਪੈਨਸਿਲ ਲੈ ਕੇ ਕਰੋਗੇ ਪ੍ਰੀਤੀ ਪੈਨਸਿਲ ਲੈ ਲੈਣਾ ਤੇ ਪੈਨਸਿਲ ਨਾਲ ਨਾ ਪਤਾ ਕੀ ਕਰਨਾ ਹੁੰਦਾ ਇਹ ਜਿਹੜੀ ਸ਼ੁੱਧ ਪੈਨਸਿਲ ਨਾਲ ਲੈ ਲਓ ਪੈਨਸਿਲ ਦੇ ਨਾਲ ਇੱਕ ਰਬੜ ਲੈ ਲਓ ਪੈਨਸਿਲ ਦੇ ਨਾਲ ਅੱਗੇ ਉਹਦੇ ਆਪਣੇ ਹੱਥ ਨਾਲ ਲਿਖੋ ਔਰ ਰਬੜ ਨਾਲ ਉਹਨੂੰ ਰਬ ਕਰ ਦਿਓ ਜਦੋਂ ਤੁਸੀਂ ਇਹ ਸ਼ਬਦ ਆਪ ਲਿਖ ਲੋਗੇ ਇਹਦੇ ਵਿੱਚ ਕੋਈ ਵੀ ਸ਼ੁੱਧ ਤੁਹਾਡਾ ਗਲਤ ਨਹੀਂ ਹੋਏਗਾ ਔਰ ਪ੍ਰੀਤ ਇਹੀ ਇੱਕ ਅੱਧਾ ਆਏਗਾ ਠੀਕ ਹੈ ਸ਼ੁੱਧ ਆਏਗਾ ਨੈਕਸਟ ਸਾਡਾ ਟੌਪਿਕ ਕੀ ਹੈ ਅਖਾਣ ਅਖਾਣ ਕੱਢੋ 3 to 4 3 to 4 तरनजीत हेलो तरनजीत आवाज नहीं आ रही 3 to 4 मंगी से हेठ नूं मिल गई उत्ते नूं हेठ लिखे खाण की है विशेष मौके ते किस तरह वरत हुंदी है इन्हां दी कहंदा ਮੰਗੀ ਸੀ ਹੇਠ ਨੂੰ ਮਿਲ ਗਈ ਉੱਤੇ ਤੋਂ ਜਦ ਯਤਨ ਨਾ ਕਰੀਏ ਕੋਈ ਵਰਤਨਯੋਗ ਸ਼ੈ ਲਈ ਤਾਂ ਅੱਗੋਂ ਮਿਲ ਜਾਵੇ ਬਿਨਾਂ ਯਤਨ ਕੀਤਿਆਂ ਹੀ ਜਦੋਂ ਮਿਲ ਜਾਏ ਆਸਾਨੀ ਦੇ ਨਾਲ ਤਾਂ ਉਦੋਂ ਇਹ ਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਆਪਣੇ ਆਪ ਕੋਈ ਚੀਜ਼ ਬੈਠੇ ਬਿਠਾਏ ਮਿਲ ਜਾਏ ਮੱਝ ਫਿਰੇ ਨੱਕੇ ਦੀ ਮਾਰੀ ਮਾਹੀ ਕਰੇ ਚੁੰਗਣ ਦੀ ਤਿਆਰੀ ਠੱਕੇ ਦੀ ਮਾਰੀ ਮੱਝ ਨੂੰ ਤਾਂ ਪ੍ਰੋਬਲਮ ਆ ਰਹੀ ਹੈ पर दूसरा बंदा की कर रहा है कहना दूध पीने ਲਈ ਕਹਿੰਦਾ ਤਿਆਰ ਹੈ ਦੂਸਰਾ ਬੰਦਾ ਦੁੱਧ ਪੀਣ ਲਈ ਤਿਆਰ ਬੈਠਾ ਹੈ ਕਹਿੰਦਾ ਉਹਨੂੰ ਉਸਦੇ ਨਾਲ ਦਰਦ ਨਹੀਂ ਹੈ ਕਹਿੰਦਾ ਜਦ ਕੋਈ ਅਗਲੇ ਦੇ ਦੁੱਖ ਪੀੜ ਦੀ ਪਰਵਾਹ ਨਾ ਕਰਦਾ ਹੋਇਆ ਉਹਨੂੰ ਆਪਣੀ ਗਰਜ਼ ਲਈ ਵਰਤਣਾ ਚਾਹੇ ਤਾਂ ਕਹਿੰਦੇ ਹਨ ਕਹਿੰਦਾ ਉਹਨੂੰ ਆਪਣੇ ਤੱਕ ਮਤਲਬ ਹੈ ਕਿ ਮੈਂ ਉਹ ਜਿਹੜੀ ਮੱਝ ਗਾਂ ਹੈ ਮੈਂ ਉਸਦਾ ਦੁੱਧ ਚੁੰਗ ਲਵਾਂ ਚਾਹੇ ਉਹ ਉਹਦੇ ਢਿੱਡ 'ਚ ਪੀੜ ਹੀ ਹੁੰਦੀ ਹੋਏ ਚਾਹੇ ਉਹ ਦੁੱਧ ਨਹੀਂ ਦੇਣਾ ਚਾਹੁੰਦੀ ਜ਼ਰੂਰੀ ਨਹੀਂ ਹੈ ਕਿ ਬੰਦੇ ਦਾ ਇੱਕ ਆਫ ਡੇ ਹੁੰਦਾ ਕਿ ਬੰਦੇ ਦਾ ਅੱਜ ਨਹੀਂ ਕੰਮ ਕਰਨ ਨੂੰ ਦਿਲ ਕਰ ਰਿਹਾ ਗਾਵਾਂ ਮੱਝਾਂ ਜਿਹੜੇ ਜਾਨਵਰ ਹਨ ਉਹ ਵੀ ਕਈ ਵਾਰੀ ਆੜ ਜਾਂਦੇ ਆ ਕਿ ਨਹੀਂ ਮੱਝ ਵੇਚ ਕੇ ਘੋੜੀ ਲਈ ਦੁੱਧ ਪੀਣੋਂ ਗਏ ਲਿੱਧ ਸੁੱਕਣੀ ਪਈ ਕਹਿੰਦਾ ਜਦੋਂ ਕੋਈ ਅਸੀਂ ਕੀ ਕਰਦੇ ਹਾਂ ਆਪਣੇ ਵੱਲੋਂ ਤਾਂ ਚੰਗਾ ਸੌਦਾ ਕਰਦੇ ਹਾਂ ਕਹਿੰਦਾ ਮੱਝ ਨੂੰ ਵੇਚਿਆ ਤੇ ਘੋੜੀ ਲੈ ਲਈ ਵੀ ਚੱਲ ਹੋਰ ਨਹੀਂ ਤਾਂ ਹੋਰ ਰੁਜ਼ਗਾਰ ਵੱਧ ਜਾਏਗਾ ਪਰ ਉੱਥੇ ਕੀ ਹੋਇਆ ਕਹਿੰਦਾ ਉਹਦੀ ਲਿੱਧ ਚੁੱਕਣੀ ਪਈ ਕਹਿੰਦਾ ਉਹ ਤਾਂ ਬਸ ਲਿੱਧ ਉਹਦੇ ਨੁਕਸਾਨ ਹੋਇਆ ਮਤਲਬ ਉੱਥੇ ਪੈਸੇ ਦਾ ਵੀ ਨੁਕਸਾਨ ਹੋਇਆ ਪਰ ਉਹ ਨਿਕਲੇ ਉਹਨੂੰ ਜਦ ਕੋਈ ਆਪਣੇ ਵੱਲੋਂ ਤਾਂ ਚੰਗਾ ਸੌਦਾ ਕਰੇ ਪਰ ਉਹ ਨਿਕਲੇ ਘਾਟੇ ਵਾਲਾ ਤਾਂ ਕਹਿੰਦੇ ਹਨ ਮਤਲਬ ਉਸਨੂੰ ਉੱਥੋਂ ਦੀ ਘਾਟਾ ਪਿਆ ਉਹ ਘੋੜੀ ਵੀ ਨਹੀਂ ਅੱਗੇ ਵਧੀ ਔਰ ਨਾ ਹੀ ਘੋੜੀ ਤੋਂ ਉਸ ਤੋਂ ਕੰਮ ਲਿੱਤਾ ਗਿਆ ਮਨ ਖੱਟੂ ਪੁੱਤ ਨਾ ਜੰਮਦੇ ਧੀ ਅੰਨੀ ਜੰਮੀ ਮਨ ਖੱਟੂ ਨਹੀਂ ਇੱਥੇ ਨਿਖੱਟੂ ਨਿਖੱਟੂ ਕਰ ਲਓ ਨਿਖੱਟੂ ਪੁੱਤ ਨਾ ਜੰਮਦੇ ਧੀ ਅੰਨੀ ਚੰਗੀ ਕਹਿੰਦਾ ਵੇਲੇ ਘਰ ਬਾਰ ਜਿਹੜੇ ਮੁੰਡੇ ਆ ਵੇਲੇ ਜਿਹੜੇ ਰਹਿੰਦੇ ਆ ਨਾ ਕਹਿੰਦੇ ਉਹਦੇ ਨਾਲ ਤਾਂ ਕੁੜੀ ਕੋਈ ਅੰਨੀ ਜੰਮ ਪੈਂਦੀ ਕਮ ਸੇ ਕਮ ਉਹਨੂੰ ਹੀ ਪਾਲ ਲੈਂਦੇ
ਕਹਿੰਦੇ ਇੰਨੇ ਖੱਟੂ ਨੂੰ ਕਿੰਨੀ ਕੁ ਦੇਰ ਪਾਲਾਂਗੇ ਵੀ ਇਹ ਕੰਮ ਵੀ ਨਹੀਂ ਕਰਦਾ, ਕੁਝ ਕਮਾ ਕੇ ਨਹੀਂ ਲਿਆਂਦਾ। ਵਿਹਲੜ ਦੇ ਘਰ ਉਜਾੜੂ ਪੁੱਤ ਤੋਂ ਅੱਕ ਸੱਤ ਕੇ ਉਹਨੂੰ ਸਮਝਾਉਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ। ਮੰਤਰ ਨਾ ਜਾਣੇ ਨੂਹੀਆਂ ਹੱਥ ਸੰਪੀ ਪਾਵੇ, ਜਦ ਕੋਈ ਆਪਣੀ ਵਿੱਤ ਬਾਹਰੀ ਕਿਸੇ ਔਖੇ ਕੰਮ ਨੂੰ ਹੱਥ ਪਾਉਂਦਾ ਹੈ, ਆਪਣੀ ਜੇਬ ਨਹੀਂ ਦੇਖਦਾ, ਪਰ ਕਹਿੰਦਾ ਵੱਡਾ ਬਿਜ਼ਨਸ ਸ਼ੁਰੂ ਕਰ ਲੈਂਦਾ ਹੈ ਜਿਸ ਦੇ ਪਿੱਛੇ ਉਸਨੂੰ ਨੁਕਸਾਨ ਉਠਾਉਣਾ ਪੈਂਦਾ ਹੈ। ਤਾਂ ਫਿਰ ਉਹ ਕੀ ਕਰਦਾ ਹੈ? ਕਹਿੰਦਾ ਮੰਤਰ ਨਾ ਜਾਣੇ ਨੂਹੀਆਂ ਹੱਥ ਸੰਪੀ, ਸੱਪ ਦੇ ਮੂੰਹ 'ਚ ਕਹਿੰਦਾ ਉਹਨੇ ਹੱਥ ਦੇ ਕੇ ਆਪਣਾ ਕੰਮ ਵਿਗਾੜ ਲਿਆ। ਛੋਟਾ ਬਿਜ਼ਨਸ ਕਰਦਾ ਤਾਂ ਸ਼ਾਇਦ ਚੱਲ ਜਾਂਦਾ। ਮਨ ਹਰਾਮੀ ਤੇ ਗੁੱਝਦਾ ਢੇਰ, ਜਦੋਂ ਕਹਿੰਦਾ ਕੰਮ ਕਰਨ ਨੂੰ ਦਿਲ ਨਹੀਂ ਨਾ ਕਰਦਾ ਤਾਂ ਫਿਰ ਅਸੀਂ ਟਾਲ ਮਟੋਲ ਕਰਦੇ ਹਾਂ, ਨਹੀਂ ਮੇਰੇ ਤਾਂ ਗੋਡਾ ਦੁਖਦਾ, ਨਹੀਂ ਮੇਰਾ ਤਾਂ ਮੋਢਾ ਦੁਖਦਾ, ਮੈਂ ਨਹੀਂ ਬਾਜ਼ਾਰ ਜਾਣਾ, ਹਨਾ। ਤੇ ਜਦੋਂ ਕੋਈ ਮੁੱਖ 'ਚ ਸੂਟ ਸਾਟ ਲੈ ਦੇ ਫਿਰ ਅਸੀਂ ਤੁਰ ਪੈਂਦੇ ਹਾਂ ਫਟਾਫਟ। ਕਿਉਂ ਪ੍ਰੀਤੀ? ਹੈ ਮਨ ਹਰਾਮੀ ਗੁੱਝਦਾ ਢੇਰ, ਜਦੋਂ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਲਾਰੇ ਲੱਪੇ ਹੀ ਲਗਾਉਂਦੇ ਆ। ਮਰਦਾ ਕੀ ਨਹੀਂ ਕਰਦਾ, ਕਹਿੰਦਾ ਮਜਬੂਰੀ 'ਚ ਬੰਦਾ ਫਸਿਆ ਹੋਇਆ ਹਰ ਕੰਮ, ਚਾਹੇ ਔਖਾ ਹੈ, ਕਿਸੇ ਕੰਮ ਨੂੰ ਕਰਨ ਨੂੰ ਦਿਲ ਨਹੀਂ ਕਰਦਾ ਤਾਂ ਕਹਿੰਦਾ ਫਿਰ ਉਹ ਉਹਨੂੰ ਵੀ ਕਰਨਾ ਹੀ ਪੈਂਦਾ ਹੈ। ਤਾਂ ਹੁਣ ਕੀ ਹੈ, ਜਿਸ ਤਰ੍ਹਾਂ ਬਿਮਾਰੀ ਦਾ ਚੱਲ ਰਿਹਾ ਹੈ, ਕਹਿੰਦਾ ਜੇ ਕਿਸੇ ਕੋਲ ਪੈਸੇ ਨਹੀਂ ਵੀ ਹੁੰਦੇ, ਬੰਦਾ ਘਰ ਦਾ ਬਿਮਾਰ ਹੋ ਗਿਆ ਤਾਂ ਉਸਨੂੰ ਮੰਗਣਾ ਹੀ ਪੈਂਦਾ ਹੈ ਇੱਧਰੋਂ ਉੱਧਰੋਂ। ਕਹਿੰਦਾ ਮਰਦਾ ਕੀ ਨਹੀਂ ਕਰਦਾ, ਕਿ ਮੈਂ ਚਾਹੁੰਦਾ ਹਾਂ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਉਸਦਾ ਬਚਾਅ ਹੋਵੇ, ਬਚ ਜਾਵੇ। ਮਰਦਾਂ ਤੇ ਘੋੜਿਆਂ ਕੰਮ ਅਵੱਲੇ, ਜਦ ਕਿਸੇ ਜਣੇ ਨੂੰ ਕੋਈ ਔਖਾ ਕੰਮ ਅਚਨਚੇਤ ਆ ਪਵੇ ਤਾਂ ਉਹਨੂੰ ਹੱਲਾਸ਼ੇਰੀ ਦੇਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ। ਕਹਿੰਦਾ ਜਦੋਂ ਕੋਈ ਅਚਾਨਕ ਕੰਮ ਆ ਜੇ ਬੈਠੇ ਬਿਠਾਏ ਫਿਰ ਕਹਿੰਦੇ ਕੋਈ ਨਹੀਂ ਕਰ ਲੈ, ਜੇ ਘੋੜੇ ਤੇ ਜਾਂ ਫਿਰ ਭਾਰ ਉੱਪਰ ਕਰ ਲਓ, ਚੜਾ ਲਓ। ਮਾਂ ਨਾਲੋਂ ਹੇਜਲੀ ਉਹ ਫੱਫੇ ਕੁੱਟਣ, ਕਹਿੰਦਾ ਮਾਂ ਨਾਲੋਂ ਹੇਜਲੀ ਕੀ ਹੈ? ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ ਪ੍ਰਗਟ ਕਰੇ, ਕਹਿੰਦਾ ਮਾਂ ਨਾਲੋਂ ਹੇਜਲੀ, ਮਾਂ ਨਾਲੋਂ ਜੇ ਕੋਈ ਜ਼ਿਆਦਾ ਪਿਆਰ ਦਾ ਦਿਖਾਵਾ ਕਰਦਾ ਨਾ, ਮੈਂ ਪ੍ਰੀਤੀ ਨੂੰ ਜ਼ਿਆਦਾ ਪਿਆਰ ਕਰਦੀ ਹਾਂ ਤੇ ਇਹ ਜ਼ਰੂਰੀ ਨਹੀਂ ਕਿ ਮੇਰਾ ਪਿਆਰ ਠੀਕ ਹੋਏਗਾ, ਸ਼ੁੱਧ ਹੋਏਗਾ, ਤਾਂ ਉਹਦੇ ਵਿੱਚ ਕੋਈ ਗੜਬੜ ਵੀ ਹੋ ਸਕਦੀ ਹੈ, ਕੋਈ ਨੁਕਸਾਨ ਵੀ ਤੁਹਾਨੂੰ ਪਹੁੰਚਾ ਸਕਦਾ ਹੈ। ਜਦੋਂ ਵੀ ਕੋਈ ਮਿੱਠਾ ਬੋਲੇ ਤਾਂ ਸੋਚੋ ਉਹ ਅੰਦਰ ਦੇ ਅੰਦਰ ਕੁਛ ਨਾ ਕੁਛ ਕਰ ਰਿਹਾ ਹੈ। ਠੀਕ ਹੈ, ਇਹ ਕਹਿੰਦਾ ਮਾਂ ਨਾਲੋਂ ਹੇਜਲੀ ਉਹ ਫੱਫੇ ਕੁੱਟਣ, ਕਹਿੰਦਾ ਉਹ ਫੱਫੇ ਕੁੱਟਣ ਵਰਗਾ ਪਿਆਰ ਹੁੰਦਾ ਹੈ ਜਿਹੜਾ ਮਾਂ ਤੋਂ ਜ਼ਿਆਦਾ ਕੋਈ ਦਿਖਾਵੇ ਦਾ ਕਰਦਾ ਹੈ। ਜੇ ਕੋਈ ਕਿਸੇ ਨਾਲ ਉਹਦੇ ਘਰਦਿਆਂ ਨਾਲੋਂ ਵੀ ਵਧੇਰੇ ਪਿਆਰ ਹਮਦਰਦੀ ਪ੍ਰਗਟ ਕਰੇ ਤਾਂ ਉਹ ਧੋਖੇਬਾਜ਼ ਹੁੰਦਾ ਹੈ। ਕਿਸੇ ਨੂੰ ਅਜਿਹਾ ਵਰਤਾਓ ਕਰਦਿਆਂ ਵੇਖ ਕੇ ਇਹ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਮਾਂ ਨਾਲੋਂ ਹੇਜਲੀ ਪਰ ਫੱਫੇ ਕੁੱਟਣ। ਮਾਨ ਨਾ ਮਾਨ ਮੈਂ ਤੇਰਾ ਮਹਿਮਾਨ, ਕਹਿੰਦਾ ਬਦੋ ਬਦੀ ਦਾ ਪ੍ਰਾਹੁਣਾ ਬਣਨ ਤੇ ਪਿਆਰ ਆਪਣਾ ਜਤਾਉਣ ਵਾਲੇ ਸੰਬੰਧੀ ਵਰਤਦੇ ਹਨ। ਮਾਨ ਨਾ ਮਾਨ ਮੈਂ ਤੇਰਾ ਮਹਿਮਾਨ, ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਨੂੰ ਪਤਾ ਲੱਗੇ ਕਿ ਮੈਂ ਤੁਹਾਡੀ ਆਪਣੀ ਹਾਂ? ਨਹੀਂ, ਕਹਿੰਦਾ ਜਦੋਂ ਕੋਈ ਆਪਣਾ ਸਵਾਰਥੀ ਜਦੋਂ ਬੰਦਾ ਕੋਈ ਕੰਮ ਕਰਦਾ ਹੈ। ਮਾਂ ਪੁਰ ਧੀ ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ। ਕਹਿੰਦੇ ਪੁਰਾਣੇ ਅਖਾਣ ਹੈ, ਜਦੋਂ ਅਸੀਂ ਛੋਟੇ ਸੀ ਉਦੋਂ ਵੀ ਇਹ ਅਖਾਣ ਦੀ ਵਰਤੋਂ ਹੁੰਦੀ ਸੀ। ਕਹਿੰਦਾ ਮਾਂ ਪੁਰ ਧੀ, ਕਹਿੰਦਾ ਮਾਂ ਦੇ ਉੱਤੇ ਤਾਂ ਧੀ ਹੈ, ਪਿਓ ਦੇ ਉੱਤੇ ਕਹਿੰਦਾ ਪੁੱਤਰ ਵੀ ਗਿਆ ਹੈ, ਬਹੁਤਾ ਨਹੀਂ ਕਹਿੰਦਾ ਥੋੜਾ ਥੋੜਾ। ਪਿਤਾ ਪੁਰ ਘੋੜਾ, ਮਾਂ ਪੁਰ ਧੀ ਪਿਤਾ ਪੁਰ ਘੋੜਾ, ਬਹੁਤਾ ਨਹੀਂ ਤਾਂ ਥੋੜਾ ਥੋੜਾ। ਕਹਿੰਦਾ ਧੀ ਦਾ ਸੁਭਾਅ ਮਾਂ ਤੇ, ਪੁੱਤ ਦਾ ਸੁਭਾਅ ਪਿਓ ਤੇ, ਕਹਿੰਦਾ ਜ਼ਿਆਦਾ ਨਹੀਂ, ਕਹਿੰਦਾ ਥੋੜਾ ਥੋੜਾ ਤਾਂ ਉਹਦੀ ਆਦਤ ਨਾਲ ਮਿਲਦੀ ਜੁਲਦੀ ਹੈ। ਮਾਂ ਕੁੜੀ ਦੀ ਮਾਂ ਨਾਲ ਮਿਲਦੀ ਹੈ, ਪਿਓ ਮੁੰਡੇ ਦੀ ਪਿਓ ਨਾਲ ਮਿਲਦੀ ਹੈ। ਮਾਂ ਫਿਰੇ ਪੋਛੀ ਪੋਛੀ ਨੂੰ ਤੇ ਪੁੱਤ ਗੁਹਾਰੇ ਬਖਸ਼ੇ, ਮਤਲਬ ਇੱਕ ਇੱਕ ਕਹਿੰਦਾ ਇੱਕ ਪੋਥੀ ਥਾਪੀਆਂ ਹੁੰਦੀਆਂ ਨਾ, ਕਹਿੰਦਾ ਇੱਕ ਇੱਕ ਗੋਹੇ ਦੀ ਪੋਥੀ ਕਹਿੰਦਾ ਇਕੱਠੀ ਕਰ ਕਰਕੇ ਮਾਂ ਤਾਂ ਉਹ ਪਾਥੀਆਂ ਬਣਾਉਣ ਨੂੰ ਫਿਰ ਗਏ। ਕਹਿੰਦਾ ਇੱਥੇ ਪਰ ਕੀ ਹੈ, ਗਰੀਬ ਆਦਮੀ ਵੀ ਵੱਧ ਕੇ ਦਾਨ ਜਾਂ ਖਰਚ ਕਰਨ ਲੱਗ ਪਵੇ ਤਾਂ ਕਹਿੰਦੇ ਹਨ। ਕਹਿੰਦਾ ਪਰ ਕੀ ਹੈ, ਪੁੱਤ ਕਹਿੰਦਾ ਗੁਹਾਰਾ ਕੀ ਬਹੁਤ ਵੱਡਾ ਸਾਰਾ ਲਗਾ ਦਿੰਦੇ ਜਿਹਦੇ ਵਿੱਚ ਪਾਥੀਆਂ ਨੂੰ ਸੰਭਾਲ ਕੇ ਰੱਖਿਆ ਜਾਂਦਾ ਹੈ। ਮਿਲਦਿਆਂ ਦੇ ਸਾਥ ਤੇ ਵਹਾਉਂਦਿਆਂ ਦੀਆਂ ਧੂਆਂ, ਕਹਿੰਦਾ ਕੀ ਹੈ, ਕਹਿੰਦਾ ਸਾਗਿਰੀ ਤਾਂ ਹੀ ਕਾਇਮ ਰਹਿ ਸਕਦੀ ਹੈ, ਸਾਕ ਤਾਂ ਹੀ ਆਪਣੇ ਬਣੇ ਰਹਿ ਸਕਦੇ ਹਨ ਜੇ ਉਹਨਾਂ ਨੂੰ ਮਿਲਦੇ ਗਿਲਦੇ ਰਹੇ, ਅਤੇ ਜ਼ਮੀਨ ਤਾਂ ਹੀ ਕਹਿੰਦਾ ਕੰਮ ਦੀ ਹੈ ਜੇ ਆਪ ਉਸ ਤੇ ਵਾਹੀ ਕਰਾਂਗੇ। ਜੇ ਅਸੀਂ ਆਪ ਜ਼ਮੀਨ ਦਾ ਧਿਆਨ ਰੱਖਾਂਗੇ ਤਾਂ ਫਿਰ ਕਹਿੰਦਾ ਉਹ ਜਿਹੜੀ ਹੈ ਸਾਡੇ ਲਈ ਉਪਜਾਊ ਹੋਏਗੀ। ਮੀਆਂ ਬੀਬੀ ਰਾਜੀ ਤਾਂ ਕੀ ਕਰੇਗਾ ਕਾਜ਼ੀ, ਇਹ ਤਾਂ ਸਾਰਿਆਂ ਨੂੰ ਆਉਂਦਾ ਹੀ ਹੋਏਗਾ। ਜਦ ਦੋ ਧਿਰਾਂ ਆਪੋ ਵਿੱਚ ਘਿਓ ਖਿਚੜੀ ਹੋ ਜਾਣ ਤਾਂ ਫਿਰ ਇਹ ਅਖਾਣ ਦੀ ਵਰਤੋਂ ਕੀਤੀ ਜਾਂਦੀ ਹੈ। ਮੁੱਦਈ ਸੁਸਤ ਗਵਾਹ ਚੁਸਤ,
ਕਹਿੰਦਾ ਜਦੋਂ ਭੇਤ ਜਦੋਂ ਕਹਿੰਦਾ ਜਿਸ ਦਾ ਕੰਮ ਹੋਵੇ, ਜਿਸ ਨੂੰ ਗੌ ਹੋਵੇ, ਗੌ ਮਤਲਬ ਹੋਵੇ, ਉਹ ਤਾਂ ਕਹਿੰਦਾ ਢਿੱਲਾ ਮੱਠਾ ਹੋਏ, ਪਰ ਉਹਦੀ ਸਹਾਇਤਾ ਕਰਨ ਵਾਲੇ ਕਹਿੰਦੇ ਚਲੋ ਆਪਾਂ ਇਹਦਾ ਫਾਇਦਾ ਉਠਾ ਲੈਂਦੇ ਹਾਂ, ਭੱਜਦੇ ਫਿਰਦੇ ਹਾਂ ਤਾਂ ਇਸ ਅਖਾਣ ਦੀ ਵਰਤੋਂ ਕਰਦੇ ਹਨ ਕਿ ਮਦਾਈ ਚੋਂ ਜਿਹਨੂੰ ਮਤਲਬ ਉਹ ਤਾਂ ਕਦੇ ਚੁੱਪ ਕਰਕੇ ਬੈਠਾ, ਯਾਰ ਦੋਸਤ ਕਹਿੰਦੇ ਤੂੰ ਸੁੱਤਾ ਰਿਹਾ, ਅਸੀਂ ਆਪੇ ਕਰਾਂਗੇ। ਮੂੰਹੋਂ ਨਿਕਲੀ ਤੁਰਤ ਪਰਾਈ, ਕਹਿੰਦਾ ਜਦੋਂ ਕੋਈ ਗੱਲ ਮੂੰਹ ਤੋਂ ਨਿਕਲ ਜਾਂਦੀ ਹੈ ਤਾਂ ਉਹ ਪਰਾਈ ਹੋ ਜਾਂਦੀ ਹੈ। ਤਾਂ ਅਸੀਂ ਕੀ ਹੈ, ਸੋਚ ਸਮਝ ਕੇ ਹਮੇਸ਼ਾ ਬੋਲਣਾ ਹੈ। ਬੋਲਣ ਲੱਗਿਆ ਅਸੀਂ ਬਹੁਤ ਧਿਆਨ ਨਾਲ ਬੋਲਣਾ ਹੁੰਦਾ ਹੈ, ਕਿਉਂਕਿ ਗੱਲ ਨਿਕਲੀ ਜ਼ਬਾਨ ਤੋਂ ਵਾਪਸ ਨਹੀਂ ਆਉਂਦੀ, ਪਰਾਈ ਹੋ ਜਾਂਦੀ ਹੈ। ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ, ਕਹਿੰਦਾ ਧੀਆਂ ਪੁੱਤਰਾਂ ਨਾਲੋਂ ਪੋਤੇ ਦੋਤੇ ਜਿਹੜੇ ਉਹ ਜ਼ਿਆਦਾ ਪਿਆਰੇ ਹੁੰਦੇ ਹਨ। ਮੈਂ ਵੀ ਰਾਣੀ ਤੂੰ ਵੀ ਰਾਣੀ ਤੇ ਕੌਣ ਭਰੇਗਾ ਪਾਣੀ, ਕਹਿੰਦਾ ਜੇ ਸਾਰੇ ਹੀ ਅਸੀਂ ਆਕੜ ਬਣ ਕੇ, ਸਾਰੇ ਹੀ ਚੌਧਰੀ ਬਣ ਕੇ ਬੈਠ ਗਏ ਤਾਂ ਕਹਿੰਦੇ ਫਿਰ ਕੌਣ ਬਣੇਗਾ, ਕਹਿੰਦਾ ਫਿਰ ਕੌਣ ਪਾਣੀ ਭਰੇਗਾ, ਕਹਿੰਦਾ ਸਾਰੇ ਜੇ ਆਕੜ ਵਾਲੇ ਬੈਠ ਗਏ ਤਾਂ। ਮੋਏ ਬਾਬੇ ਦੀਆਂ ਵੱਡੀਆਂ ਅੱਖਾਂ, ਜਦ ਕੋਈ ਕਿਸੇ ਦੀ ਸਲਾਹੋ ਉਹਦੇ ਮਰਨ ਪਿੱਛੋਂ ਕਰੇ, ਕਹਿੰਦਾ ਬਾਬਾ ਮਾਰੇ ਉਹਦੀਆਂ ਅੱਖਾਂ ਬੜੀਆਂ ਸੋਹਣੀਆਂ ਸੀ, ਕਹਿੰਦਾ ਮਰਨ ਪਿੱਛੋਂ ਕਿਸੇ ਦੀ ਤਾਰੀਫ ਕਰਨੀ ਤਾਂ ਇਹ ਅਖਾਣ ਦੀ ਵਰਤੋਂ ਹੁੰਦੀ ਹੈ। ਯੱਕਾ ਵੇਖ ਕੇ ਹੀ ਪੈਰ ਭਾਰੇ ਹੁੰਦੇ ਹਨ, ਜਦ ਕੋਈ ਪਹਿਲਾਂ ਤੋਂ ਕਿਸੇ ਕੰਮ ਨੂੰ ਚੰਗਾ ਭਲਾ ਕਰੀ ਜਾਵੇ ਪਰ ਕੋਈ ਸਹਾਇਕ ਆਉਂਦਾ ਵੇਖ ਕੇ ਵਿਟਰ ਪਏ, ਕਹਿੰਦਾ ਫਿਰ ਕਹਿੰਦਾ ਪੈਰ ਭਾਰੇ ਹੋ ਜਾਂਦੇ, ਜਦੋਂ ਕੋਈ ਦੇਖੇ ਨਾ ਤੁਹਾਡੀ ਮਦਦ ਕਰਨ ਲਈ ਕੋਈ ਆ ਗਿਆ ਫਿਰ ਪੈਰ ਭਾਰ ਹੋ ਜਾਂਦਾ, ਚਲ ਕੋਈ ਗੱਲ ਨਹੀਂ ਇਹ ਮੇਰਾ ਕੰਮ ਕਰ ਦੇਗਾ। ਯਾਰਾਨੀ ਲਾਉਣੀ ਊਠਾਂ ਵਾਲੇ ਨਾਲ ਤੇ ਬੂਹੀ ਰੱਖਣੀ ਢੰਗ, ਕਹਿੰਦਾ ਉੱਚੇ ਬੰਦਿਆਂ ਨਾਲ ਤਾਂ ਦੋਸਤੀ ਕਰਨੀ ਹੈ, ਪਰ ਕਹਿੰਦਾ ਜਦੋਂ ਕਿਧਰੇ ਪੈਸੇ ਖਰਚਣ ਦੀ ਵਾਰੀ ਆ ਜਾਏ ਨਾ ਉਦੋਂ ਦਿਲ ਛੋਟਾ ਕਰ ਲੈਣਾ। ਜੋ ਕੋਈ ਸਧਾਰਨ ਹੈਸੀਅਤ ਦਾ ਆਦਮੀ ਤਕੜਿਆਂ ਧਨਾਢਾਂ ਨਾਲ ਮਿੱਤਰਤਾ ਗੰਢ ਲਵੇ ਤਾਂ ਉਹਨੂੰ ਵੱਡੀਆਂ ਵੱਡੀਆਂ ਖੇਚਲਾਂ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਜਿਹੜਾ ਆਦਮੀ ਵੱਡੇ ਲੋਕਾਂ ਨਾਲ ਯਾਰਾਨੀ ਗੰਢ ਲਵੇ ਪਰ ਉਹਨਾਂ ਦੀ ਸੇਵਾ ਲਈ ਖਰਚ ਖੇਚਲ ਵਜੋਂ ਚਿੱਸੀਆਂ ਵੱਟੇ, ਉਸ ਬਾਰੇ ਕਹਿੰਦੇ ਹਨ। ਕਹਿੰਦਾ ਜੇ ਕਿਧਰੇ ਯਾਰਾਨੇ ਤੁਸੀਂ ਲਗਾ ਵੀ ਲਏ ਵੱਡਿਆਂ ਨਾਲ, ਜੇ ਕਿਤੇ ਉਹਨਾਂ ਲਈ ਤੁਹਾਨੂੰ ਖਰਚ ਕਰਨਾ ਪੈ ਜਾਏ ਫਿਰ ਤੁਸੀਂ ਆਪਣਾ ਹੱਥ ਪਿੱਛੇ ਖਿੱਚ ਲੈਂਦੇ ਹੋ, ਤਾਂ ਉਦੋਂ ਇਹ ਅਖਾਣ ਜਿਹੜਾ ਵਰਤਿਆ ਜਾਂਦਾ ਹੈ। ਯਾਰ ਦੀ ਯਾਰੀ ਵੱਲ ਜਾਈਏ, ਐਬਾਂ ਵੱਲ ਨਾ ਜਾਈਏ, ਕਹਿੰਦਾ ਮਿੱਤਰਤਾ ਤਾਂ ਹੀ ਬਣੀ ਰਹਿ ਸਕਦੀ ਹੈ ਜੇ ਮਿੱਤਰ ਦੇ ਐਬਾਂ ਦਾ ਖਿਆਲ ਨਾ ਰੱਖੀਏ। ਜੇ ਅਸੀਂ ਮਿੱਤਰ ਦੀ ਗਲਤ ਗੱਲਾਂ ਤੇ ਅਸੀਂ ਪਰਦਾ ਪਾਉਂਦੇ ਹਾਂ ਤਾਂ ਫਿਰ ਇਹ ਅਖਾਣ ਦੀ ਵਰਤੋਂ ਹੁੰਦੀ ਹੈ। ਰੱਸੀ ਸੜ ਗਈ ਪਰ ਵੱਲ ਨਹੀਂ ਗਿਆ, ਕਹਿੰਦਾ ਜਦ ਕੋਈ ਪਹਿਲਾਂ ਅਮੀਰ ਤੇ ਉੱਚੀ ਪਦਵੀ ਤੇ ਹੋਵੇ ਪਰ ਆਕੜ ਨਹੀਂ ਜਾਂਦੀ, ਕਹਿੰਦਾ ਰੱਸੀ ਤਾਂ ਸੜ ਗਈ ਪਰ ਆਕੜ ਨਹੀਂ ਗਈ ਹਾਲੇ ਤੱਕ। ਰੱਖ ਪੱਤ ਰੱਖਾਂ ਪੱਤ, ਜੇ ਆਖ ਤੇ ਜੀ ਅਖਵਾ, ਕਹਿੰਦਾ ਜੇ ਤੁਸੀਂ ਕਿਸੇ ਦੀ ਇੱਜ਼ਤ ਕਰਦੇ ਹੋ ਤਾਂ ਤੁਹਾਡੀ ਇੱਜ਼ਤ ਜਿਹੜਾ ਹੈ ਕੋਈ ਕਰੇਗਾ। ਰੰਡਾ ਗਿਆ ਕਰਾਉਣ ਕੁੜਮਾਏ, ਆਪਣੀ ਕਰੇ ਕਿ ਪਰਾਈ, ਕਹਿੰਦਾ ਮਤਲਬ ਦਾ ਲੋੜ ਤਾਂ ਉਹਨੂੰ ਸੀ, ਰੰਡਾ ਮਤਲਬ ਜਿਹੜੇ ਬੰਦੇ ਦਾ ਵਿਆਹ ਨਹੀਂ ਹੋਇਆ ਜਾਂ ਜਿਸ ਦੀ ਜਨਾਨੀ ਮਰ ਗਈ ਹੈ, ਰੰਡੀ ਔਰਤ ਕਹਿ ਦਿੰਦੇ ਜਿਹੜੀ ਵਿਧਵਾ ਹੋ ਜਾਂਦੀ ਹੈ, ਤਾਂ ਕਹਿੰਦੇ ਰੰਡਾ ਤਾਂ ਗਿਆ ਵਿਆਹ ਕਰਾਉਣ ਲਈ, ਕਹਿੰਦਾ ਫਿਰ ਉਹ ਕਹਿੰਦਾ ਆਪਣਾ ਕਰਾਂ ਕਿ ਕਰਾਉ ਦੂਜੇ ਬੰਦੇ ਦਾ ਕਰਵਾ ਦਾਂ, ਵੀ ਉਹਨੂੰ ਵੀ ਲੋੜ ਹੈ ਜਨਾਨੀ ਦੀ। ਤਾਂ ਜਦੋਂ ਕਹਿੰਦਾ ਇਹ ਜਦ ਕਿਸੇ ਨੂੰ ਆਪ ਨੂੰ ਹੀ ਕਿਸੇ ਦੀ ਸ਼ੈ ਦੀ ਲੋੜ ਹੋਵੇ ਤੇ ਉਹ ਸ਼ੈ ਉਹਦੇ ਹੱਥ ਲੱਗ ਜਾਵੇ ਤਾਂ ਉਹਨੂੰ ਫਿਕਰ ਹੋ ਸਕਦਾ ਹੈ ਕਿ ਉਹ ਤਾਂ ਆਪਣੇ ਪਾਸੇ ਰੱਖੇਗਾ ਕਿ ਉਹ ਸ਼ਾਇਦ ਦੂਸਰੇ ਬੰਦੇ ਨੂੰ ਦੇ ਦੇ। ਰੱਬ ਨੇੜੇ ਕੀ ਕਸੂਨ, ਜ਼ੋਰਾਵਰ ਦਾ ਸੱਤੀ ਵੀ ਹੀ ਸੋ, ਜ਼ੋਰਾਵਰ ਬੰਦਾ ਜਿਹੜਾ ਹੈ ਉਹ ਮਾੜੇ ਬੰਦੇ ਤੇ ਜ਼ਿਆਦਤੀ ਕਰਦਾ ਹੈ, ਅਲੱਗ ਫਾਇਦਾ ਉਠਾਉਂਦਾ ਹੈ। ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ, ਕੋਈ ਕੰਮ ਜਿੰਨਾ ਕੁ ਔਖਾ ਜਾਂ ਸੌਖਾ ਹੈ ਇਹ ਤਾਂ ਹੀ ਪਤਾ ਲੱਗਦਾ ਹੈ ਜਦ ਉਹ ਕਰਨਾ ਪਵੇ। ਕੋਈ ਬੰਦਾ ਕਿੰਨਾ ਕੁ ਚੰਗਾ ਜਾਂ ਮੰਦਾ ਹੈ ਇਹ ਤਾਂ ਹੀ ਪਤਾ ਲੱਗਦਾ ਹੈ ਜਦੋਂ ਅਸੀਂ ਵਰਤਦੇ ਹਾਂ। ਜਦੋਂ ਕਿਸੇ ਨਾਲ ਵਰਤੋਗੇ ਤਾਂ ਕਹਿੰਦੇ ਮੈਨੂੰ ਪਤਾ ਨਾ ਕਿ ਮੈਂ ਉਹਦੇ ਨਾਲ ਵਰਤਿਆ, ਮੈਨੂੰ ਪਤਾ ਰਾਹ ਪੈ ਜਾਣੇ ਕਿ ਵਾਹ ਪੈ ਜਾਣੇ, ਤੁਸੀਂ ਨਹੀਂ ਉਹਦੇ ਬਾਰੇ ਦੱਸ ਸਕਦੇ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਹੈ। ਰਾਖੀ ਨੂੰ ਸੈਨਕ, ਗਧੇ ਨੂੰ ਸੋਟਾ, ਸਿਆਣਾ ਬੰਦਾ ਇਸ਼ਾਰਾ ਹੀ ਸਮਝ ਜਾਂਦਾ ਹੈ ਪਰ ਮੂਰਖ ਨੂੰ ਤਾਂ ਕਹਿੰਦਾ ਜਿੰਨਾ ਮਰਜ਼ੀ ਕਹੀ ਜਾਓ ਪਰ ਉਹ ਸਮਝਣ ਲਈ ਤਿਆਰ ਹੀ ਨਹੀਂ ਹੁੰਦਾ। ਰਾਜ ਪਿਆਰਾ ਰਾਜਿਆ, ਵੀਰ ਦੂ ਪਿਆਰੇ ਜਿਹਦੇ ਨਾਲ ਪਿਆਰ ਨਹੀਂ ਹੁੰਦਾ। ਧਨ ਦੌਲਤ ਤੇ ਲਾਲਚ ਚ ਲੋਕ ਸੱਕੇ ਭਰਾਵਾਂ ਨੂੰ ਵੀ ਛੱਡ ਜਾਂਦੇ ਹਨ। ਜਾਇਦਾਦ ਦੇ ਜਦੋਂ ਝਗੜੇ ਹੁੰਦੇ ਹਨ, ਹੁਣ ਦੇਖੋ ਝਗੜਿਆਂ ਦੇ ਵਿੱਚ ਕੀ ਹੈ, ਝਗੜਿਆਂ ਦੇ ਵਿੱਚ ਸੱਕਾ ਭਰਾ ਸੱਕੇ ਭਰਾ ਨੂੰ ਕਚਹਿਰੀ ਚਲਾ ਦਿੰਦਾ ਹੈ। ਤਾਂ ਇਹ ਅਖਾਣ ਦੀ ਵਰਤੋਂ ਹੁੰਦੀ ਹੈ, ਰਾਜ ਪਿਆਰਾ ਰਾਜਿਆਂ ਵੀਰ ਦੂ ਪਿਆਰੇ, ਕਹਿੰਦਾ ਧਨ ਦੌਲਤ ਲਈ ਤਾਂ ਭਰਾ ਵੀ ਮਾੜੇ ਹੋ ਜਾਂਦੇ ਹਨ। ਰਾਜੇ ਦੇ ਘਰ ਮੋਤੀਆਂ ਦਾ ਕਾਲ ਹੈ, ਜਦ ਇਹ ਦੱਸਣਾ ਹੋਵੇ ਕਿ ਇੱਥੇ ਕਿਸੇ ਸ਼ੈ ਦੀ ਥੁੜ
नहीं सब कुछ मिल जाएगा ਤਾਂ ਕਹਿੰਦੇ ਹਨ ਕਹਿੰਦੇ ਕਿ ਇੱਥੇ ਰਾਜਿਆਂ ਦੇ ਘਰ ਕੋਈ ਮੋਤੀਆਂ ਦਾ ਘਰ ਹੈ ਜੇ ਤੁਸੀਂ ਜੋ ਮੰਗੋਗੇ ਉਹ ਤੁਹਾਨੂੰ ਮਿਲ ਜਾਏਗਾ ਠੀਕ ਹੈ ਜੀ ਹੁਣ ਨੈਕਸਟ ਇੱਕ ਟੌਪਿਕ ਸਾਡਾ ਹੋਰ ਹੈ ਅੱਜ ਅਸੀਂ ਇਸੇ ਕਰਕੇ ਦੂਸਰਾ ਨਹੀਂ ਕੀਤਾ ਅਣਡਿੱਠਾ ਪਹਿਰਾ ਨਹੀਂ ਕੀਤਾ ਕਿਉਂਕਿ ਇਹ ਟੌਪਿਕ ਵੀ ਜਿਹੜਾ ਸੀਗਾ ਇਹ ਵੀ ਜ਼ਰੂਰੀ ਸੀਗਾ ਹੁਣ ਇਹ ਬੁੱਕ ਦੇ ਵਿੱਚੋਂ ਕੋਈ ਵੀ ਐਸੀ ਚੀਜ਼ ਨਹੀਂ ਹੈ ਜਿਹੜੀ ਤੁਸੀਂ ਨਹੀਂ ਕੀਤੀ ਹੋਈ ਬਸ ਇੱਕ ਪੈਨਸਿਲ ਤੇ ਰਬੜ ਲੈ ਕੇ ਲਿਖ ਕੇ ਮਿਟਾਈ ਜਾਓ ਪੰਜਾਬੀ ਭਾਸ਼ਾ ਦੇ ਕਹਿੰਦਾ ਕੁਝ ਹੋਰ ਸ਼ਬਦ ਹੈ ਸਾਰਿਆਂ ਦੇ ਕੋਲ ਪੰਜਾਬੀ ਭਾਸ਼ਾ ਦੇ ਕਹਿੰਦਾ ਕੁਝ ਰਸਮਾਂ ਰਿਵਾਜਾਂ ਦੇ ਕੁਝ ਸ਼ਬਦ ਹੁੰਦੇ ਆ ਜਿਹੜੇ ਕਿ ਅਸੀਂ ਬੋਲਦੇ ਹਾਂ ਠੀਕ ਹੈ ਉਹ ਕਹਿੰਦਾ ਮੁੰਡਿਆਂ ਦੇ ਵਿਆਹਾਂ ਤੇ ਗਾਉਣ ਵਾਲੇ ਗੀਤ ਕੀ ਹੁੰਦੇ ਹਨ ਘੋੜੀਆਂ ਮੈਮ ਇਹ ਬੁੱਕ ਵਿੱਚ ਹੈ ਇਹ ਬੁੱਕ ਵਿੱਚ ਵੀ ਹੈ ਬੁੱਕ ਵਿੱਚ ਵੀ ਕੁਝ ਹੈਗੇ ਆ ਪਰ ਕੁਝ ਮੇਰੇ ਆਪਣੇ ਆ ਇਹ ਦੇਖ ਲੈਣਾ ਕਿਉਂਕਿ ਇਹਨਾਂ ਚ ਪੇਪਰ ਚ ਹੁਣ ਪੀਸੀਐਸ ਸਬਜੈਕਟਿਵ ਵੀ ਕੁਝ ਇਸ ਤਰ੍ਹਾਂ ਦੇ ਵਰਡਸ ਇਹਨਾਂ ਨੇ ਦੇ ਦਿੱਤੇ ਸੀਗੇ ਜਿਹੜੇ ਪੇਪਰ ਦੇ ਵਿੱਚ ਇਹਦੇ ਵਿੱਚ ਮੈਂ ਲਿਖੇ ਹੋਏ ਆ ਉਹ ਮੈਂ ਨਾਲ ਤੁਹਾਨੂੰ ਦੱਸ ਦਵਾਂਗੀ ਉਹ ਕੁਝ ਵੀ ਹੈ ਕੁਝ ਹੈ ਬੁੱਕ ਦੇ ਵਿੱਚ ਉਹ ਪੇਜ ਨੰਬਰ ਤੁਸੀਂ ਦੇਖੋਗੇ ਮੇਰਾ ਖਿਆਲ ਸ਼ਾਇਦ ਦੇਖਣਾ ਪਏਗਾ ਔਖੇ ਸ਼ਬਦਾਂ ਦੇ ਅਰਥ ਹਨ ਹੈਨਾ ਅਰਥ ਵਿੱਚ ਵੀ ਹੈ ਔਰ ਕਲਾਸਿਸ ਹੁੰਦਾ ਪੇਜ ਨੰਬਰ 43 ਹੈ ਸ਼ਾਇਦ ਹਾਂ 43 ਹੋਏਗਾ ਠੀਕ ਹੈ ਇਹ ਕਹਿੰਦਾ ਪੰਜਾਬੀ ਭਾਸ਼ਾ ਦੇ ਕੁਝ ਹੋਰ ਸ਼ਬਦ ਨੇ ਰਸਮਾਂ ਰਿਵਾਜ਼ਾਂ ਦੇ ਕਹਿੰਦਾ ਮੁੰਡਿਆਂ ਦੇ ਵਿਆਹਾਂ ਤੇ ਗਾਉਣ ਵਾਲੇ ਗੀਤ ਜਿਹੜੇ ਆ ਘੋੜੀਆਂ ਕੁੜੀਆਂ ਦੇ ਵਿਆਹਾਂ ਤੇ ਗਾਉਣ ਵਾਲੇ ਗੀਤ ਜਿਹੜੇ ਆ ਉਹ ਸੁਹਾਗ ਗਾਏ ਜਾਂਦੇ ਹਨ ਔਰ ਜਿਹੜੇ ਮਰਗਤ ਦੇ ਵਿੱਚ ਲੋਕੀ ਕਈ ਦੇਖੇ ਪੰਜਾਬ ਤੋਂ ਤੁਸੀਂ ਜਾਓਗੇ ਉਸੇ ਟਾਈਮ ਵੀ ਜਿਹੜਾ ਹੈ ਉਹ ਰੂ ਕੇ ਵਿਰਲਾਪ ਕਰਦੇ ਤਾਂ ਕੀ ਕਹਿੰਦੇ ਉਹਨਾਂ ਨੂੰ ਵੈਣ ਪਾ ਰਹੀਆਂ ਔਰਤਾਂ ਕਹਿੰਦੇ ਵੈਣ ਉਹ ਵੈਣ ਹੁੰਦੇ ਆ ਕੜਾਹੀ ਚੜਾਉਣਾ ਮਠਿਆਈ ਤਿਆਰ ਕਰਨੀ ਉਹਨੂੰ ਜਦੋਂ ਕਹਿੰਦੇ ਵਿਆਹ ਰੱਖ ਲੈਂਦੇ ਨਾ ਹੁਣ ਤਾਂ ਕਹਿੰਦੇ ਬਣੀਆਂ ਬਣਾਏ ਡੱਬੇ ਆ ਜਾਂਦੇ ਆ ਪਰ ਉਦੋਂ ਸਗਨ ਹੁੰਦਾ ਸੀਗਾ ਕਿ ਘਰ 'ਚ ਕੜਾਹੀ ਚੜਾਈ ਜਾਂਦੀ ਸੀਗੀ ਕੋਈ ਗੁਲਗੁਲੇ ਬਣਾਉਂਦਾ ਹੈ ਕੋਈ ਮਿੱਠੇ ਹੋਰ ਲੱਡੂ ਬਣਾ ਲੈਂਦਾ ਤੇ ਕਹਿੰਦੇ ਸੀ ਉਹ ਕੜਾਹੀ ਚੜਾਈਏ ਕਿ ਮਠਿਆਈ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਵਿਆਹ ਦੇ ਲਈ ਸਾਹਾ ਵਿਆਹ ਦਾ ਦਿਨ ਕਢਾਉਣਾ ਕਹਿੰਦਾ ਵਿਆਹ ਦਾ ਦਿਨ ਕਢਾਓ ਵਿਆਹ ਦਾ ਦਿਨ ਕੱਢਣਾ ਪੈਂਦਾ ਹੁਣ ਤਾਂ ਐਤਵਾਰ ਦੇਖ ਕੇ ਸਿੱਖ ਫੈਮਿਲੀ ਕੀ ਹੈ ਐਤਵਾਰ ਦੇਖੋ ਸ਼ਨੀਵਾਰ ਦੇਖੋ ਔਰ ਵਿਆਹ ਦੀ ਤਰੀਕ ਰੱਖ ਦੋ ਪਹਿਲੀ ਸਾਹਾ ਵਿਆਹ ਦੀ ਤਰੀਕ ਕਢਵਾਣੀ ਨੱਕ ਦੇ ਗਹਿਣੇ ਕਿਹੜੇ ਕਿਹੜੇ ਹੁੰਦੇ ਹਨ ਨੱਕ ਦੇ ਗਹਿਣੇ ਦੇਖੋ ਤੀਲੀ ਨੱਕ ਚ ਪਾਉਣ ਵਾਲੀ ਲੌਂਗ ਨੱਕ ਚ ਪਾਉਣ ਵਾਲਾ ਮਛਲੀ ਨੱਕ ਚ ਪਾਉਣ ਵਾਲੀ ਨੱਕ ਚ ਪਾਉਣ ਵਾਲੀ ਕੋਕਾ ਨੱਕ ਚ ਪਾਉਣ ਵਾਲਾ ਮੇਖ ਵੀ ਕਹਿ ਦਿੰਦੇ ਸਿੱਧੀ ਜਿਹੜੀ ਤੀਲੀ ਤੋਂ ਪਾਓਗੇ ਤਾਂ ਉਹ ਮੇਖ ਦੀ ਹੈ ਕੰਨਾਂ ਚ ਪਾਉਣ ਵਾਲੇ ਗਹਿਣੇ ਕੀ ਹੈ ਪਿੱਪਲ ਕੋਕਰੂ ਵਾਲੇ ਕਾਂਟੇ ਬੁਰਕੀ ਝੁਮਕੇ ਇਹ ਕੀ ਹੈ ਇਹ ਕੁੜੀਆਂ ਦੇ ਕੰਨਾਂ ਦੇ ਗਹਿਣੇ ਜਿਹੜੀਆਂ ਕੁੜੀਆਂ ਪਾਉਂਦੀਆਂ ਹਨ ਔਰ ਕੁਝ ਗਹਿਣੇ ਗਲ ਚ ਪਾਉਣ ਵਾਲੇ ਹਨ ਹਮੇਲ ਬੁਗਤੀਆਂ ਸੋਨੇ ਦੇ ਗੋਲ ਗੋਲ ਪਹਿਲੇ ਹੁੰਦਾ ਸੀ ਬੁਗਤੀਆਂ ਬਣਾ ਲੈਂਦੇ ਸੀਗੇ ਗੋਲ ਗੋਲ ਛੋਟੇ ਛੋਟੇ ਸਰਕਲ ਬਣਾ ਕੇ ਉਹਨੂੰ ਕਹਿੰਦੇ ਸੀ ਕਾਲੇ ਧਾਗੇ ਚ ਕਈ ਵਾਰੀ ਪਾ ਲੈਂਦੇ ਸੀ ਬੁਗਤੀਆਂ ਜੁਗਨੀ ਅੱਜ ਦੇਖੋਗੇ ਅੱਜ ਕੱਲ ਅਖਬਾਰਾਂ ਦੇ ਵਿੱਚੋਂ ਜੁਗਨੀ ਸੈੱਟ ਉਹ ਚਾਂਦੀ ਦੇ ਬਣਾਏ ਹੋਏ ਆ ਉਹਦੇ ਵਿੱਚ ਐਡ ਆਉਂਦੀ ਪੇਪਰਾਂ ਦੇ ਵਿੱਚ ਨਿਊਜ਼ ਪੇਪਰ ਚ ਕਿਸੇ ਚ ਦੇਖਣਾ ਉਹਦੇ ਚ ਜੁਗਨੀ ਵੀ ਲਿਖਿਆ ਹੁੰਦਾ ਹੱਸ ਗਲੇ ਚ ਪਾਉਣ ਵਾਲਾ ਤਵੀਤ ਪਹਿਲੇ ਲੋਕੀ ਕੀ ਕਰਦੇ ਸੀ ਹੁਣ ਤਾਂ ਤਵੀਤ ਕਹਿੰਦੇ ਨਾ ਉਹ ਜਾਦੂ ਟੂਣੇ ਵਾਲੇ ਉਹ ਤਵੀਤ ਤਾਂਬੇ ਵਾਲਾ ਬਣਾ ਲਿਆ ਉਹਦੇ ਵਿੱਚ ਕੁਝ ਜਾਦੂ ਮੰਤਰ ਪਾ ਲਿਆ ਇੱਕ ਮੈਂ ਤਵੀਤ ਦੇਖਿਆ ਕਿਸੇ ਦਾ ਉਹ ਕਹਿੰਦੇ ਵੀ ਚਲੋ ਇਹਨੂੰ ਖੋਲ ਕੇ ਦੇਖਦੇ ਵੀ ਇਹਦੇ ਵਿੱਚ ਹੈ ਕੀ ਹੈ ਮੈਂ ਕਿਹਾ ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦੀ ਆਪਾਂ ਖੋਲ ਲੈਂਦੇ ਹਾਂ ਉਹਦੇ ਵਿੱਚ ਖੋਲ ਕੇ ਕੀ ਮਤਲਬ ਅਸੀਂ ਤਵੀਤ ਜਿਹੜੇ ਹੈ ਅਸੀਂ ਇਹੋ ਜਿਹੇ ਤਵੀਤ ਨਹੀਂ ਪਾਣੇ ਜਿਹੜਾ ਕਿ ਸਾਨੂੰ ਕੋਈ ਪਾਗਲ ਬਣਾਵੇ ਉਸ ਤਵੀਤ ਦੇ ਵਿੱਚ ਜਦੋਂ ਮੈਂ ਦੇਖਿਆ ਇੱਕ ਪਰਚੀ ਸੀ ਉਸ ਪਰਚੀ ਦੇ ਵਿੱਚ ਲਿਖਿਆ ਸੀਗਾ ਕਿ ਮੈਂ 3100 ਰੁਪਏ ਲੈ ਲਿਆ ਤੇਰਾ ਕੰਮ ਹੋਏ ਚਾਹੇ ਨਾ ਹੋਵੇ ਤਾਂ ਉਹ ਕੀ ਸੀਗਾ ਹਨਾ ਅਸੀਂ ਇਹੋ ਜਿਹੇ ਵਹਿਮਾਂ ਭਰਮਾਂ ਵਿੱਚ ਨਹੀਂ ਪੈਣਾ ਵਹਿਮਾਂ ਭਰਮਾਂ ਤੇ ਤੁਹਾਨੂੰ ਐਸੇ ਵੀ ਆ ਸਕਦੇ ਲੇਖ ਵੀ ਆ ਸਕਦੇ ਤਾਂ ਇਹੋ ਜਿਹੇ ਵਹਿਮਾਂ ਭਰਮਾਂ 'ਚ ਨਹੀਂ ਪੈਣਾ ਕਿ ਸਾਨੂੰ ਕੋਈ ਨਹੀਂ ਉਹੋ ਜਿਹੇ ਤਵੀਤ ਨਹੀਂ ਪਾਣੇ ਇਹ ਤਵੀਤ ਸੀਗੇ ਪਹਿਲੇ ਸੋਨੇ ਦੇ ਵੀ ਬਣਾ ਦਿੰਦੇ ਸੀਗੇ ਤਵੀਤੀਆਂ ਛੋਟੀਆਂ ਛੋਟੀਆਂ ਕੋਈ ਹਾਰਟ ਸ਼ੇਪ ਦਾ ਬਣਾਤਾ ਕੋਈ ਸਰਕਲ ਬਣਾਤਾ ਅੱਜ ਕੱਲ੍ਹ ਤੁਹਾਨੂੰ ਪੈਂਡਲ ਵੀ ਕਹਿ ਦਿੰਦੇ ਉਸ ਰਾਣੀ ਹਾਰ ਗੁਲਬੰਦ ਪੈਂਡਲ ਔਰ ਮਾਲਾ ਵਿੱਚ ਗੁੰਦੇ ਜਾਣ ਵਾਲੇ ਗਹਿਣੇ ਅਸੀਂ ਕੀਤਾ ਸੀ ਸੱਗੀ ਫੁੱਲ
ਸੱਗੀ ਫੁੱਲ ਜਦੋਂ ਗਿੱਧਾ ਪੈਂਦਾ ਤਾਂ ਕੁੜੀਆਂ ਦੀ ਜਿਹੜੀ ਡਰੈਸ ਕੋਡ ਆ ਉੱਥੇ ਇੱਥੇ ਸੱਗੀ ਫੁੱਲ ਲਗਾਇਆ ਹੁੰਦਾ ਹੈ, ਠੀਕ ਹੈ। ਕਈ ਵਾਰੀ ਸੋਨੇ ਦਾ ਹੁੰਦਾ ਹੈ, ਕਈ ਵਾਰੀ ਚਾਂਦੀ ਦੇ ਉੱਪਰ ਗੋਲਡਨ ਕਲਰ ਚੜਾ ਦਿੰਦੇ ਤਾਂ ਉਹ ਕੀ ਹੈ ਸੱਗੀ ਫੁੱਲ। ਸ਼ਿੰਗਾਰ ਪੱਟੀ ਸਾਈਡਾਂ ਤੇ ਪਿੰਨ ਜਿਹੜੀਆਂ ਲਗਾਉਂਦੇ ਆ ਉਹਨੂੰ ਕਹਿੰਦੇ ਸ਼ਿੰਗਾਰ ਪੱਟੀ। ਟਿੱਕਾ, ਕਲਿੱਪ, ਝੂਮਰ, ਸੂਈ। ਜਦੋਂ ਸੂਈ ਲਗਾਉਂਦੇ ਤਾਂ ਉਹਦੇ ਥੱਲੇ ਥੋੜੇ ਥੋੜੇ ਘੁੰਗਰੂ ਲੱਗੇ ਹੁੰਦੇ ਆ, ਉਹਨੂੰ ਕਹਿ ਦਿੰਦੇ ਆ ਝੂਮਰ ਸੂਈ। ਉਂਗਲਾਂ ਵਿੱਚ ਪਾਉਣ ਵਾਲੀਆਂ ਮੁੰਦਰੀ, ਛਾਪ, ਅਸੀਂ ਮੁੰਦਰੀ ਕਹਿੰਦੇ ਆ, ਰਿੰਗ ਕਹਿੰਦੇ ਆ, ਪਰ ਪਹਿਲੇ ਕਹਿੰਦੇ ਸੀ ਛਾਪਾਂ ਛੱਲੇ, ਛਾਪਾਂ ਹੀ ਕਹਿੰਦੇ ਆ ਪੰਜਾਬੀ ਚ ਛਾਪ ਕਹਿੰਦੇ ਕਿ ਉਹਦੇ ਛਾਪ ਤੇ, ਹੁਣ ਕਹਿੰਦੇ ਕਿ ਰਿੰਗ ਸਰਮਨੀ ਮੁੰਦਰੀ ਪਾ ਦੋ ਇਹਦੇ, ਠੀਕ ਹੈ। ਕਲੀਚੜੀ, ਕਲੀਚੜੀ ਵੀ ਜਿਹੜੀ ਉਂਗਲਾਂ ਚ ਪੈਣ ਵਾਲਾ ਗਹਿਣਾ। ਕਲੀਚੜੀ ਕੀ ਹੁੰਦੀ ਹੈ, ਜਦੋਂ ਵਿਆਹ ਹੁੰਦਾ ਨਾ ਤੇ ਕਹਿੰਦੇ ਕਲੀਚੜੀਆਂ ਲੈ ਜਾਓ, ਸ਼ਾਇਦ ਸਾਲੀਆਂ ਕਹਿੰਦੇ ਕਲੀਚੜੀ ਮੰਗਣਗੀਆਂ, ਇਹ ਨਾ ਹੋਏ ਇਹਦੇ ਕੋਲ ਕਲੀਚੜੀ ਨਾ ਹੋਏ ਦੇਣ ਜੋਗੀ, ਤਾਂ ਚਾਂਦੀ ਦੀ ਸਿੰਗਲ ਰਿੰਗ ਹੁੰਦੀ ਹੈ, ਉਹਨੂੰ ਕਹਿੰਦੇ ਆ ਕਲੀਚੜੀ। ਆਰਸੇ ਉਂਗਲੀ ਚ ਪਾਉਣ ਵਾਲੇ। ਵੀਣੀ, ਬਾਹਾਂ, ਗਜਰੇ, ਵੀਣੀ ਚ ਪਾਣਾ, ਗਜਰੇ ਪਾਣੇ, ਪਰੀਬੰਦ, ਬਾਜੂਬੰਦ, ਕੰਗਣ, ਕਲੀਰੇ, ਇਹ ਸਾਰੀਆਂ ਚੀਜ਼ਾਂ ਕੀ ਹੈ ਵੀਣੀ ਚ ਪਾਉਣ ਵਾਲੀਆਂ। ਵੀਣੀ ਕਹਿੰਦੇ ਬਾਂਹ ਨੂੰ, ਵੀਣੀ ਚ ਪਾਉਣ ਵਾਲੀਆਂ ਚੀਜ਼ਾਂ। ਕੁਝ ਹੋਰ ਰਲਵੇਂ ਮਿਲਵੇਂ ਸ਼ਬਦ ਕੀ ਹੈ, ਸੁਰਾਹੀ। ਅੱਜ ਕੱਲ ਗਰਮੀ ਦੇ ਦਿਨ ਹੈ, ਅਸੀਂ ਘੜੇ ਰੱਖੇ ਹੁੰਦੇ ਆ, ਹੁਣ ਤਾਂ ਘੜੇ ਕੋਈ ਰੱਖਦਾ ਨਹੀਂ, ਪਰ ਘੜਿਆਂ ਦਾ ਫਿਰ ਤੋਂ ਰਿਵਾਜ ਆ ਗਿਆ। ਇੱਕ ਘੜਾ ਹੁੰਦਾ, ਇੱਕ ਛੋਟੇ ਮੂੰਹ ਵਾਲੀ ਸਰਾਹੀ ਹੁੰਦੀ ਹੈ ਜਿਹੜੀ ਕਿ ਮਿੱਟੀ ਦੀ ਬਣੀ ਹੁੰਦੀ ਹੈ, ਘੁਮਿਆਰ ਬਣਾਉਂਦਾ ਉਸਨੂੰ। ਉਹ ਸਰਾਹੀ ਦਾ ਮੂੰਹ ਥੋੜਾ ਜਿਹਾ ਤੰਗ ਹੁੰਦਾ ਤੇ ਪਾਣੀ ਉਹਦੇ ਵਿੱਚ ਕੀ ਹੈ ਠੰਡਾ ਰਹਿੰਦਾ ਹੈ, ਕਿ ਅੱਜ ਕੱਲ ਕਹਿੰਦੇ ਸਰਾਹੀ ਦਾ ਪਾਣੀ ਪੀ ਲੈਣਾ ਚਾਹੀਦਾ ਹੈ। ਕੁੱਪ, ਹੁਣ ਕਿਸੇ ਸਬਜੈਕਟਿਵ ਨੂੰ ਕੁੱਪ ਆ ਗਿਆ ਸੀਗਾ। ਕੁੱਪ ਕੀ ਹੈ, ਕੁੱਪ ਦਾ ਵਾਕ ਬਣਾਓ, ਹੇਠ ਲਿਖੇ ਸ਼ਬਦ ਦਾ ਅਰਥ ਲਿਖ ਕੇ ਵਾਕ ਬਣਾਓ। ਕੁਝ ਔਖੇ ਸ਼ਬਦ ਸੀਗੇ। ਕੁੱਪ, ਕੁੱਪ ਕੇ ਸੰਭਾਲ ਕੇ ਰੱਖਿਆ ਤੋੜੀ ਦਾ ਢੇਰ। ਜਿਹੜੀ ਤੋੜੀ ਹੁੰਦੀ ਜਦੋਂ ਉਹਨੂੰ ਸੰਭਾਲ ਲੈਂਦੇ ਆ, ਉਹਨੂੰ ਇਕੱਠਾ ਕਰਦੇ ਆ ਤਾਂ ਉਹ ਕਹਿੰਦੇ ਕੁੱਪ। ਸਟੀਰ, ਲੱਕੜ ਦਾ ਬਾਲਾ। ਤੁਸੀਂ ਪੁਰਾਣੇ ਘਰ ਦੇਖੋਗੇ ਸਰਕਾਰ ਵਾਲੇ ਗਵਰਨਮੈਂਟ ਤੇ, ਚੰਡੀਗੜ੍ਹ ਚ ਕਾਫੀ ਗਵਰਨਮੈਂਟ ਹਾਊਸਿਸ ਹੈ, ਚੰਡੀਗੜ੍ਹ ਚ ਦੇਖੋਗੇ ਤਾਂ ਉੱਪਰ ਸਟੀਰ ਪਾਏ ਹੁੰਦੇ, ਬਾਲੇ ਪਾਏ ਹੁੰਦੇ ਆ। ਸਟੀਰ ਕੁਝ ਲੋਹੇ ਦੇ ਹੁੰਦੇ, ਕੁਝ ਲੱਕੜ ਦੇ ਹੁੰਦੇ ਆ। ਸਟੀਰਾਂ ਵਾਲੇ ਘਰ ਜਿੰਨੇ ਵੀ ਸਰਕਾਰੀ ਘਰ ਹੈ ਉਹਨਾਂ ਵਿੱਚ ਸਟੀਰ ਪਾਈ ਹੁੰਦੀ, ਉੱਪਰ ਬਾਲੇ ਪਾਏ ਹੁੰਦੇ ਆ। ਦੌਣ, ਕਹਿੰਦੇ ਰਾਤ ਨੂੰ ਦੌਣ ਨਹੀਂ ਕੱਸਦੇ ਕੁੜੀਆਂ ਜੰਮਦੀਆਂ, ਇਹ ਵੀ ਵਹਿਮ ਹੈ। ਦੌਣ ਕੀ ਹੁੰਦਾ ਹੈ, ਪਹਿਲੇ ਮੰਜੀਆਂ ਹੁੰਦੀਆਂ ਸੀ ਵਾਣ ਦੀਆਂ, ਔਰ ਵਾਣ ਦੀ ਮੰਜੀ ਚ ਦੌਣ ਪਾਈ ਜਾਂਦੀ ਸੀ ਤਾਂ ਕਿ ਮੰਜਾ ਜਿਹੜਾ ਉਹ ਕੱਸਿਆ ਰਹੇ, ਉਹਨੂੰ ਕਹਿੰਦੇ ਸੀ ਦੌਣ। ਦੌਣ ਵਾਲੀ ਮੰਜੀ, ਜੇ ਦੌਣ ਵਾਲੀ ਮੰਜੀ ਕਹਿੰਦੇ ਸਿੱਧੀ ਖੜੀ ਕਰੀ ਦੀ, ਉਲਟੀ ਨਹੀਂ ਖੜੀ ਕਰਦੇ। ਕੁਝ ਵਹਿਮ ਭਰਮ ਜਿਹੜੇ ਆ ਉਹ ਹੁਣ ਐਜੂਕੇਸ਼ਨ ਦੇ ਨਾਲ ਉਹ ਖਤਮ ਹੋ ਗਏ, ਜਿਸ ਤਰ੍ਹਾਂ ਵਿਦਿਆ ਅਸੀਂ ਪੜ੍ਹੀ, ਕੁਝ ਵਹਿਮ ਭਰਮ ਸਾਡੇ ਦਿਮਾਗ ਤੋਂ ਨਿਕਲ ਗਏ। ਤੁਰਲਾ, ਮਾਇਆ ਵਾਲੀ ਪੱਗ ਦਾ ਉੱਪਰਲਾ ਖੜਿਆ ਡੜ। ਕਹਿੰਦੇ ਮਾਇਆ ਪੈਸੇ ਵਾਲੀ ਪੱਗ ਨਹੀਂ ਹੈ, ਜਦੋਂ ਕੱਪੜੇ ਨੂੰ ਸਟਾਰਚ ਦਿੱਤੇ ਜਾਂਦੇ, ਹੁਣ ਅਸੀਂ ਸਟਾਰਚ ਦਿੰਦੇ ਹਾਂ, ਪਹਿਲੇ ਮਾਇਆ ਸੀ ਚਾਵਲਾਂ ਦਾ ਉਬਲਿਆ ਹੋਇਆ ਪਾਣੀ ਹੁੰਦਾ ਸੀਗਾ, ਉਹਦੇ ਵਿੱਚ ਪਗੜੀ ਪਾ ਦਿੱਤੀ ਜਾਂਦੀ ਸੀ, ਉਹ ਆਕੜ ਜਾਂਦੀ ਸੀ, ਉਹ ਸਟਾਰਚ ਦਾ ਕੰਮ ਕਰਦੀ ਸੀ, ਤਾਂ ਉਹਨੂੰ ਕਹਿ ਦਿੰਦੇ ਸੀ ਮਾਇਆ, ਤੇ ਪੱਗ ਨੂੰ ਮਾਇਆ ਦੇ ਦਿਓ। ਤਾਂ ਉਹ ਜਦੋਂ ਭੰਗੜੇ ਵਾਲੀ ਤੁਸੀਂ ਡਰੈਸ ਦੇਖੋਗੇ ਤਾਂ ਮੁੰਡਿਆਂ ਨੇ ਜਿਹੜਾ ਤੁਰਲਾ ਛੱਡਿਆ ਹੁੰਦਾ ਸਿਰ ਦੇ ਉੱਤੇ, ਉਹ ਆਕੜਿਆ ਹੁੰਦਾ, ਉਹਨੂੰ ਸਟਾਰਚ ਕਹਿੰਦੇ ਆ ਤੁਰਲਾ। ਛੱਪੜ, ਟੋਬਾ, ਇੱਕ ਵੱਡਾ ਦਰਿਆ, ਨਦੀ ਹੁੰਦੀ ਹੈ, ਦਰਿਆ ਹੁੰਦਾ, ਤਾਂ ਇੱਕ ਛੱਪੜ ਹੁੰਦਾ, ਟੋਬਾ। ਪਿੰਡਾਂ ਦੇ ਵਿੱਚ ਕਹਿੰਦੇ ਛੱਪੜ ਹੁੰਦੇ, ਜਦੋਂ ਗਾਵਾਂ ਮੱਝਾਂ ਨਹਾਉਣ ਲਈ ਉੱਥੇ ਲੈ ਜਾਂਦੇ ਤਾਂ ਉਹਨੂੰ ਕਹਿੰਦੇ ਆ ਟੋਬਾ, ਜਿੱਥੇ ਥੋੜਾ ਪਾਣੀ ਇਕੱਠਾ ਕੀਤਾ ਹੁੰਦਾ ਸਿਰਫ ਗਾਵਾਂ ਮੱਝਾਂ ਦੇ ਨਹਾਉਣ ਲਈ। ਟਿੰਡਾ, ਟਿੰਡਾ ਦੇਖੀਏ ਕੀ ਹੁੰਦਾ, ਖੂਹ ਵਿੱਚ ਖੇਤਾਂ ਨੂੰ ਪਾਣੀ ਲਾਉਣ ਵਾਲਾ ਬਰਤਨ। ਕੀ ਹੁੰਦਾ, ਜਦੋਂ ਖੂਹ ਦੇ ਵਿੱਚ ਟਿੰਡਾ ਭਰ ਭਰ ਕੇ ਕਾਫੀ, ਇੱਕ ਦੇ ਨਾਲ ਇੱਕ ਟਿੰਡੀ, ਇੱਕ ਦੇ ਨਾਲ ਇੱਕ ਟਿੰਡੀ, ਲੋਹੇ ਦੇ ਐਡੇ ਐਡੇ ਡੱਬੇ ਹੁੰਦੇ ਆ, ਤਾਂ ਉਹ ਕੀ ਇੱਕ ਦੇ ਨਾਲ ਇੱਕ ਦੇ ਨਾਲ ਇੱਕ ਦੇ ਨਾਲ ਅਟੈਚ ਹੋ ਕੇ ਸਰਕਲ ਕਰਦੀ ਹੈ। ਉਹ ਸਰਕਲ ਕਰਦੀ ਹੈ ਤਾਂ ਉਹਦੇ ਨਾਲ ਪਾਣੀ ਜਿਹੜਾ ਬਾਹਰ ਆਉਂਦਾ, ਜਦੋਂ ਇਹ ਲੱਗਾ ਹੁੰਦਾ ਇੱਕ ਸਾਈਡ ਤੇ, ਤਾਂ ਉਹ ਖੇਤਾਂ ਨੂੰ ਵੀ ਪਾਣੀ ਜਾਂਦਾ। ਤੇ ਟਿੰਡਾ ਕਹਿੰਦੇ ਖੂਹ ਦੇ ਵਿੱਚ ਜਿਹੜਾ ਲੱਗਾ ਬਰਤਨ, ਉਹਦੇ ਵਿੱਚ ਪਾਣੀ ਭਰ ਭਰ ਕੇ ਘੁੰਮੀ ਜਾਂਦਾ। ਪੀੜ, ਪੀੜ ਵੀ ਕਹਿੰਦੇ ਖੁੱਲੀ ਸਾਂਝੀ ਥਾਂ, ਖੁੱਲੀ ਸਾਂਝੀ ਥਾਂ ਪੀੜ ਹੁੰਦੀ ਹੈ। ਪੀੜ ਵੀ ਇਹ ਤੀਸਰੇ ਸਬਜੈਕਟਿਵ ਨੇ ਇਸ ਵਾਰੀ ਦਿੱਤਾ ਸੀ ਇਹਨਾਂ ਨੇ ਸ਼ਬਦ ਦਾ ਅਰਥ ਲਿਖ ਕੇ, ਵਾਕ ਬਣਾਓ। ਪੀੜ ਕੀ ਹੁੰਦਾ ਹੈ, ਪੀੜ ਕੀ ਹੈ, ਖੁੱਲੀ ਸਾਂਝੀ। ਅਸੀਂ ਗਿੱਧਾ ਦੇਖਿਆ, ਅਸੀਂ ਪਹਿਰਾ ਇੱਕ ਕੀਤਾ ਸੀ ਗਿੱਧੇ ਦਾ ਪਹਿਰਾ, ਤੇ ਕੁੜੀਆਂ ਕੀ ਹੈ ਤ੍ਰਿੰਝਣ ਦੇ ਵਿੱਚ ਪੀੜ ਜਾ ਕੇ ਗਿੱਧਾ ਸਿੱਖਦੀਆਂ ਹਨ, ਜਦੋਂ ਖੁੱਲੀ ਸਾਂਝੀ ਥਾਂ ਪਿੰਡ ਦੀ ਹੁੰਦੀ ਹੈ। ਨਿਉਂਦਾ, ਵਿਆਹ ਤੇ ਦਿੱਤੀ ਰਾਸ਼ੀ। ਅਸੀਂ ਜਦੋਂ ਦੇਖਦੇ ਹਾਂ ਕਿ ਵਿਆਹ ਹੋ ਰਹੇ ਹਨ ਤਾਂ ਰਿਸ਼ਤੇਦਾਰ ਕੀ ਕਰਦੇ ਹਨ, ਅਸੀਂ ਕਹਿੰਦੇ ਨਾਨਕੇ ਦਾਦਕਿਆਂ ਦਾ ਨਿਉਂਦਰਾ ਲਿਖ ਲਓ,
ਵੀ ਕਿਹਨੇ ਕੀ ਦਿੱਤਾ ਹੈ। ਤਾਂ ਤੁਸੀਂ ਦੇਖਿਆ ਹੋਏਗਾ ਹੁਣ ਤਾਂ ਥੋੜਾ ਘਟਦਾ ਗਿਆ ਲਿਫਾਫੇ ਲਫੂਫੇ ਸਗਨ ਆਉਂਦਾ, ਤਾਂ ਪਹਿਲੇ ਕੀ ਸੀਗਾ, ਮੁੰਡੇ ਨੂੰ ਨਵਾਉਣ ਤੋਂ ਪਹਿਲੇ ਕੁੜੀ ਨੂੰ ਨਵਾਉਣ ਤੋਂ ਤਾਂ ਨਵਾਇਆ ਜਦੋਂ ਜਾਂਦਾ ਸੀ ਉਸ ਤੋਂ ਬਾਅਦ ਨਿਉਂਦਰੇ ਲਈ ਬੈਠ ਜਾਂਦੇ ਸੀ, ਔਰ ਨਾਨਕੇ ਦਾਦਕੇ ਪੈਸੇ ਦਿੰਦੇ ਆ, ਜੋ ਕੱਪੜਾ ਦੇਣਾ ਲੀੜਾ ਲੱਤਾ ਤਾਂ ਉਹ ਦੇ ਕੇ ਉਹ ਸਾਰਾ ਲਿਖਵਾ ਦਿੰਦੇ, ਉਹ ਕਹਿੰਦੇ ਨਿਉ ਕੀ ਨਿਉਂਦਾ ਦਿੱਤਾ 501 ਰੁਪਏ ਦਿੱਤਾ, 1100 ਦਿੱਤਾ ਕਿ ਨਾਨਕ ਛੱਕ ਦਿੱਤੀ। ਨਾਨਕ ਛੱਕ ਕੀ ਹੁੰਦਾ, ਜਦੋਂ ਨਾਨਕਿਆਂ ਦੇ ਵੱਲੋਂ ਪੈਸੇ ਔਰ ਕੁਛ ਕੱਪੜੇ ਕੁਪੜੇ ਦਿੱਤੇ ਜਾਂਦੇ ਹਨ, ਉਹ ਮਤਲਬ ਇਹ ਹੁੰਦਾ ਹੈ ਕਿ ਉਸਦੀ ਉਸ ਸਮੇਂ ਕੁਛ ਪੈਸੇ ਦੀ ਮਦਦ ਹੋਵੇ, ਤਾਂ ਉਹ ਨਿਉਂਦੇ ਦੇ ਰੂਪ ਵਿੱਚ ਆ ਜਾਂਦਾ ਹੈ। ਅੱਧ ਖਿੜਿਆ, ਦਹੀਂ ਤੇ ਪਾਣੀ ਦਾ ਮਿਸ਼ਰਣ, ਅੱਧ ਰਿੜਕਿਆ, ਅੱਧ ਖਿੜਿਆ ਹੁੰਦਾ, ਅੱਧਾ ਫੁੱਲ ਖਿੜਿਆ, ਥੋੜੀ ਡੋਡੀ ਵਾਲਾ ਥੋੜਾ ਖਿੜਿਆ, ਔਰ ਅੱਧ ਰਿੜਕਿਆ ਕੀ ਹੈ, ਕਹਿੰਦੇ ਅੱਧ ਰਿੜਕਾ ਪੀ ਲੈਣਾ ਚਾਹੀਦਾ ਹੈ। ਗਰਮੀਆਂ ਦੇ ਵਿੱਚ ਅੱਧ ਰਿੜਕਾ ਕੀ ਹੈ, ਦਹੀਂ ਨੂੰ ਘੋਲੋ, ਥੋੜਾ ਜਿਹਾ ਵੇਟ ਨਹੀਂ ਕਰਨਾ, ਪੂਰੀ ਲੱਸੀ ਨਹੀਂ ਬਣਾਉਣੀ, ਥੋੜੀ ਦਹੀਂ ਥੋੜਾ ਪਾਣੀ ਮਿਲਾ ਕੇ ਉਹ ਕੀ ਹੈ, ਕਹਿੰਦਾ ਉਹ ਅੱਧ ਰਿੜਕਿਆ ਬਣ ਜਾਂਦਾ ਹੈ। ਉਹ ਅੱਧ ਰਿੜਕਿਆ ਪੀਣ ਦੇ ਨਾਲ ਕੀ ਹੈ, ਕਾਫੀ ਠੰਡਕ ਮਿਲਦੀ ਹੈ। ਠੀਕ ਹੈ, ਅੱਧ ਰਿੜਕਿਆ ਪੀਣ ਦੇ ਨਾਲ ਪਹਿਲੇ ਤਾਂ ਪਿੱਤ ਪੁੱਤ ਬਹੁਤ ਨਿਕਲਦੀ ਸੀ, ਪਰ ਹੁਣ ਉਹ ਪਿੱਤ ਪੁੱਤ ਤਾਂ ਖਤਮ ਹੋ ਗਈ, ਪਿੱਤ ਬਹੁਤ ਘੱਟ ਨਿਕਲਦੀ ਹੈ। ਹੁਣ ਤਾਂ ਅੱਧ ਰਿੜਕਿਆ ਵੈਸੇ ਪੀ ਲਓ ਤੇ ਤੁਹਾਨੂੰ ਅੱਛਾ ਲੱਗੇਗਾ। ਜੀਰੀ, ਖੇਤਾਂ ਵਿੱਚ ਬੀਜੀ ਹੋਈ ਚੌਲਾਂ ਦੀ ਪਨੀਰੀ, ਕਹਿੰਦੇ ਜਿਹੜੇ ਚਾਵਲ ਹੁੰਦੇ ਨਾ ਅਸੀਂ ਚਾਵਲ ਖਾਂਦੇ ਹਾਂ ਉਹਨੂੰ ਚੌਲ ਕਹਿੰਦੇ, ਪਿੰਡਾਂ 'ਚ ਚੌਲ ਬਣਾ ਲਓ, ਦਾਲ ਬਣਾ ਲਓ, ਚੌਲਾਂ ਦੀ ਪਨੀਰੀ ਲੱਗਦੀ ਹੈ, ਜਿਹਨੂੰ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਤੇ ਚੌਲਾਂ ਦੀ ਪਨੀਰੀ ਦੇ ਲਈ ਜਦੋਂ ਪਾਣੀ ਦੀ ਲੋੜ ਹੁੰਦੀ ਹੈ ਤਾਂ ਉਸ ਨੂੰ ਲਗਾਉਣ ਲਈ ਜਿਹੜੀ ਪਨੀਰੀ ਉਸਨੂੰ ਜੀਰੀ ਕਹਿੰਦੇ ਆ। ਕਹਿੰਦੇ ਅੱਜ ਕੱਲ੍ਹ ਹੁਣ ਜਦੋਂ ਬਰਸਾਤਾਂ ਸ਼ੁਰੂ ਹੋਣੀਆਂ ਤਾਂ ਕੀ ਕਰਦੇ ਆ ਕਿਸਾਨ, ਕਹਿੰਦਾ ਫਿਰ ਤਾਂ ਜੀਰੀ ਦਾ ਮੌਸਮ ਹੈ, ਫਿਰ ਉਹ ਕਿਧਰੇ ਨਿਕਲਦੇ ਵੀ ਨਹੀਂ, ਕਹਿੰਦਾ ਇੰਨਾ ਨਾ ਪਾਣੀ ਖੇਤਾਂ 'ਚ ਖੜਾ ਹੋ ਗਿਆ, ਫਟਾਫਟ ਜੀਰੀ ਲਗਾ ਦਿਓ ਤਾਂ ਕਿ ਉਸਨੂੰ ਪਾਣੀ ਨਾ ਲਗਾਉਣਾ ਪਏ, ਜਿਹੜਾ ਕੁਦਰਤੀ ਪਾਣੀ ਹੈ ਉਹ ਉਸਨੂੰ ਮਿਲ ਜਾਵੇ, ਬਾਰਿਸ਼ ਦਾ ਪਾਣੀ ਉਸਨੂੰ ਮਿਲ ਜਾਵੇ। ਛਿੱਡੀਆਂ, ਛਿੱਡੀਆਂ ਹੁੰਦੀਆਂ ਮੱਖਣ ਦੇ ਛੋਟੇ ਛੋਟੇ ਟੁਕੜੇ, ਜਦੋਂ ਅਸੀਂ ਲੱਸੀ ਰਿੜਕਦੇ ਹਾਂ ਤਾਂ ਮੱਖਣ ਕੱਢਣਾ ਹੁੰਦਾ ਹੈ, ਤਾਂ ਮੱਖਣ ਜਿਹੜਾ ਖਿਲਰਿਆ ਹੁੰਦਾ ਹੈ, ਕੋਈ ਛੋਟਾ ਜਿਹਾ ਇੱਧਰ ਪੀਸ ਲੱਸੀ ਦੇ ਵਿੱਚ ਕੁਛ ਇੱਧਰ, ਇਸ ਤਰ੍ਹਾਂ ਛਿੱਡੀਆਂ ਜਿਹੀਆਂ ਬਣੀਆਂ ਹੁੰਦੀਆਂ, ਫਿਰ ਅਸੀਂ ਹੱਥ ਦੇ ਨਾਲ ਉਹਨੂੰ ਇਕੱਠਾ ਕਰ ਲੈਂਦੇ, ਇਕੱਠਾ ਕਰਦੇ ਤਾਂ ਉਹ ਮੱਖਣ ਬਣ ਜਾਂਦਾ, ਜਦੋਂ ਛੋਟੇ ਛੋਟੇ ਪੀਸੇ ਇੱਧਰ ਉੱਧਰ ਹੁੰਦੇ ਤਾਂ ਉਹ ਛਿੱਡੀਆਂ ਹੁੰਦੀਆਂ। ਫੁਲਕਾਰੀ, ਸੂਤੀ ਕੱਪੜੇ 'ਚ ਹੱਥਾਂ ਨਾਲ ਫੁਲਕਾਰੀ ਦੀ ਕਢਾਈ, ਫੁਲਕਾਰੀ ਦੀਆਂ ਚੁੰਨੀਆਂ ਤੁਸੀਂ ਦੇਖੀਆਂ ਹੋਣਗੀਆਂ, ਕੁੜੀਆਂ ਨੇ ਤਾਂ ਬਹੁਤ ਦੇਖੀਆਂ ਹੋਣਗੀਆਂ। ਫੁਲਕਾਰੀ ਦੀ ਚੁੰਨੀ, ਫੁਲਕਾਰੀ ਕੀ ਹੈ, ਪੰਜਾਬ ਦਾ ਇੱਕ ਫੁੱਲ ਹੈ, ਫੁੱਲ ਦੇ ਨਾਲ ਫੁਲਕਾਰੀ, ਔਰ ਇਹਦੇ ਨਾਲ ਹੀ ਇੱਕ ਬਾਗ, ਬਾਗ ਕੀ ਹੁੰਦਾ, ਫੁਲਕਾਰੀ ਤਾਂ ਹੈ ਸੂਤੀ ਕੱਪੜੇ ਤੇ ਕੱਢੀ, ਕਿਧਰੇ ਕੋਈ ਫੁੱਲ, ਕਿਧਰੇ ਕੋਈ ਫੁੱਲ, ਕਿਧਰੇ ਕੋਈ ਫੁੱਲ, ਤਾਂ ਉਹ ਫੁਲਕਾਰੀ ਰੇਸ਼ਮ ਦੇ ਧਾਗੇ ਨਾਲ, ਜਿਹੜੀ ਪੱਟ ਦੇ ਧਾਗੇ ਨਾਲ ਕਢਾਈ ਹੁੰਦੀ ਹੈ, ਉਹ ਫੁਲਕਾਰੀ ਹੁੰਦੀ ਹੈ। ਔਰ ਬਾਗ ਹੁੰਦਾ, ਇਹ ਵੀ ਸੂਤੀ ਕੱਪੜੇ ਤੇ ਹੱਥਾਂ ਨਾਲ ਕੱਢੀ ਕਢਾਈ ਹੁੰਦੀ ਹੈ, ਪਰ ਬਾਗ ਦੇ ਵਿੱਚ ਪੂਰਾ ਭਰਿਆ ਹੁੰਦਾ, ਪੂਰਾ ਭਰਿਆ ਹੁੰਦਾ ਤਾਂ ਤੁਹਾਨੂੰ ਉਹਦੇ ਵਿੱਚ ਕੱਪੜਾ ਦਿਖਾਈ ਨਹੀਂ ਦਿੰਦਾ, ਜਦੋਂ ਪੂਰਾ ਅੱਛੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਘਾਹ ਦੇਖੀਏ, ਘਾਹ ਪੂਰਾ ਭਰਿਆ ਹੁੰਦਾ ਹੈ, ਤਾਂ ਇਸ ਤਰ੍ਹਾਂ ਜਿਹੜਾ ਬਾਗ ਹੈ ਫੁੱਲਾਂ ਦੇ ਨਾਲ ਬਿਲਕੁਲ ਭਰਿਆ ਹੁੰਦਾ, ਉਹਨੂੰ ਬਾਗ ਕਹਿੰਦੇ ਆ। ਜਦੋਂ ਸੂਤੀ ਕਢਾਈ ਬਿਲਕੁਲ ਸੂਤੀ ਕੱਪੜੇ ਤੇ ਭਰੀ ਹੁੰਦੀ ਹੈ, ਕੱਪੜਾ ਦਿਖਾਈ ਨਹੀਂ ਦਿੰਦਾ ਤਾਂ ਉਹ ਬਾਗ ਅਖਵਾਉਂਦਾ ਹੈ, ਉਹਨੂੰ ਬਾਗ ਕਹਿੰਦੇ। ਭੇਲੀ, ਗੁੜ ਦਾ ਵੱਡਾ ਟੁਕੜਾ, ਕਹਿੰਦਾ ਭੇਲੀ ਵੀ ਦਿੱਤੀ ਜਾਂਦੀ ਸੀ, ਗੁੜ ਦਾ ਵੱਡਾ ਟੁਕੜਾ, ਕਹਿੰਦਾ ਕੋਈ ਜਦੋਂ ਗਾਉਣ ਬਿਠਾਉਂਦੇ ਸੀ ਤਾਂ ਲੋਕੀ ਹੁਣ ਤਾਂ ਕੁਛ ਕਹਿੰਦੇ ਲੇਡੀ ਸੰਗੀਤ ਹੋ ਗਿਆ, ਕਾਫੀ ਸਾਰਾ ਪ੍ਰੋਗਰਾਮ ਉਹਨਾਂ ਨੂੰ ਕਰਨਾ ਪੈਂਦਾ, ਕੁੱਕ ਬੁਲਾ ਲਏ, ਰਿਸ਼ਤੇਦਾਰ ਬੁਲਾ ਲਏ, ਨੱਚ ਲਿਆ, ਗਾ ਲਿਆ, ਸਿੰਗਰ ਬੁਲਾ ਲਏ, ਤੇ ਉਹਦੇ ਨਾਲ ਫੋਟੋਗ੍ਰਾਫਰ ਬੁਲਾ ਲਏ, ਪਰ ਪਹਿਲੇ ਕੀ ਸੀ, ਪਹਿਲੇ ਜਦੋਂ ਥੋੜਾ ਬਹੁਤਾ ਸਗਨ ਕਰਦੇ ਸੀ ਤਾਂ ਗੁੜ ਦੀ ਭੇਲੀ, ਪ੍ਰਸ਼ਾਦ ਵੱਲੋਂ ਗੁੜ ਦੀ ਭੇਲੀ, ਛੋਟੇ ਗੁੜ ਦੀ ਟੁਕੜਾ, ਤਾਂ ਗੁੜ ਦੀ ਭੇਲੀ ਦੇ ਨਾਲ ਉਹਨਾਂ ਨੂੰ ਮਿੱਠਾ ਕਰਾਇਆ ਜਾਂਦਾ ਸੀ। ਕਹਿੰਦੇ ਸੀ ਚਲੋ ਹੁਣ ਗਾਣ ਵਜਾਣ ਹੋ ਗਿਆ, ਗੀਤ ਗਾ ਲਏ ਕੁੜੀਆਂ ਨੇ, ਹੁਣ ਸਾਰਿਆਂ ਨੂੰ ਥੋੜੀ ਥੋੜੀ ਗੁੜ ਦੀ ਭੇਲੀ ਦਿਓ, ਵੰਡੋ ਇਹਨਾਂ ਨੂੰ ਤਾਂ ਕਿ ਇਹਨਾਂ ਦਾ ਮੂੰਹ ਮਿੱਠਾ ਹੋਏ, ਤਾਂ ਉਹ ਸਗਨ ਦੇ ਤੌਰ ਤੇ ਵੀ ਗੁੜ ਵੰਡਿਆ ਜਾਂਦਾ ਸੀ। ਇਹਨੂੰ ਭਾਰੀ ਚੀਜ਼ ਚੁੱਕਣ ਵੇਲੇ ਸਿਰ ਤੇ ਗੋਲ ਕਰਕੇ ਰੱਖਿਆ ਕੱਪੜਾ, ਕਹਿੰਦਾ ਇਹਨੂੰ ਬਣਾ ਲਓ। ਹੁਣ ਤਾਂ ਕਹਿੰਦੇ ਕੁੜੀਆਂ ਘੜੇ ਨਹੀਂ ਚੱਕਦੀਆਂ, ਪਹਿਲੇ ਤੇ ਘੜੇ ਪਾਣੀ ਦੇ ਭਰੇ ਭਰੇ ਚਾਟੀਆਂ ਚੱਕਦੀਆਂ ਸੀਗੀਆਂ, ਘੜੇ ਚੱਕਦੀਆਂ ਸੀ, ਤਾਂ ਉਹ ਕੱਪੜਾ ਇੱਕ ਜਿਸ ਤਰ੍ਹਾਂ ਚੁੰਨੀ ਹੋ ਗਈ, ਚੁੰਨੀ ਥੋੜੀ ਸਖਤ ਵਾਲੀ ਰਹਿੰਦੀ ਤਾਂ ਉਹਨੂੰ ਸਰਕਲ ਕਰ ਕਰਕੇ ਇਹਨੂੰ ਬਣਾ ਲੈਂਦੇ ਸੀ, ਇਹਨੂੰ ਬਣਾ ਕੇ ਸਿਰ ਦੇ ਉੱਤੇ ਰੱਖ ਕੇ ਫਿਰ ਉਸਦੇ ਉੱਪਰ ਘੜਾ ਰੱਖਿਆ ਜਾਂਦਾ ਸੀ। ਇਹਨੂੰ ਕੱਪੜੇ ਦੇ ਨਾਲ ਬਣਾਇਆ ਜਾਂਦਾ ਹੈ, ਉਹ ਕੱਪੜੇ ਨਾਲ ਬਣਾ ਕੇ ਜਦੋਂ ਸਿਰ ਤੇ ਰੱਖਦੇ ਆ ਤਾਂ ਉਸਦੇ ਉੱਪਰ ਤੁਸੀਂ ਘੜਾ ਰੱਖ ਸਕਦੇ ਹੋ, ਛੋਟੀ ਸਰਾਈ ਰੱਖ ਸਕਦੇ ਹੋ, ਨਹੀਂ ਚੱਕੀ ਜਾਂਦੀ ਤਾਂ ਵੱਡੇ ਵੱਡੇ ਘੜੇ ਵੀ ਰੱਖ ਸਕਦੇ ਹਾਂ। ਗੁਹਾਰਾ, ਗੁਹਾਰਾ ਕੀ ਹੈ, ਸਾਂਭੀਆਂ ਜਾਣ ਵਾਲੀਆਂ ਪਾਥੀਆਂ, ਗੁਹਾਰਾ ਵੀ ਸਪੀਸੀਅਸ ਐਡਜੈਕਟਿਵ ਨੂੰ ਆਇਆ, ਕੁੱਕ ਆਇਆ, ਹਨਾ, ਤੇ ਇਹ ਗੁਹਾਰਾ ਕੀ ਹੁਣ ਇਹ ਚੀਜ਼ਾਂ ਤਾਂ ਹੀ ਉੱਥੇ ਆਉਂਦੀਆਂ ਹੁੰਦੀਆਂ ਜਦੋਂ ਅਸੀਂ ਕੀਤੀਆਂ ਹੁੰਦੀਆਂ, ਤੇ ਬੱਚੇ ਕਰਕੇ ਹੀ ਜਾਂਦੇ ਹਨ। ਮੇਰੀ ਆਦਤ ਇਹ ਹੈ ਕਿ ਬੱਚਿਆਂ ਨੂੰ ਇਹ ਚੀਜ਼ਾਂ ਬਾਰੇ ਜ਼ਰੂਰ ਦੱਸੋ, ਕਿਉਂਕਿ ਇਹ ਸਾਡੇ ਇੱਕ ਸੱਭਿਆਚਾਰ ਦਾ ਅੰਗ ਵੀ ਹੈ।
ਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲਾਂ ਅਸੀਂ ਪੰਜਾਬ ਵਿੱਚ ਪੂਰੀ ਪੰਜਾਬੀ ਗੁਰਮੁਖੀ ਲਿਪੀ ਚ ਬੋਲਦੇ ਹਾਂ ਉਹ ਚੀਜ਼ਾਂ ਬਾਰੇ ਸਾਨੂੰ ਜਾਣਕਾਰੀ ਹੋਣੀ ਜ਼ਰੂਰੀ ਹੈ। ਗੁਹਾਰਾ ਕੀ ਹੈ? ਇੱਕ ਪਾਥੀ ਰੱਖਣ ਲਈ ਨਹੀਂ ਹੈ। ਤੁਸੀਂ ਪਿੰਡਾਂ 'ਚ ਜਾਓ ਜਾਂ ਨੇੜੇ ਤੇੜੇ ਕੋਈ ਪਿੰਡ ਹੈ ਤਾਂ ਉੱਥੇ ਦੇਖੋ ਜਾ ਕੇ, ਦੇਖੋ ਤਾਂ ਗੁਹਾਰੇ ਵੱਡੇ ਵੱਡੇ ਬਣੇ ਹੁੰਦੇ ਆ, ਉਹਨੂੰ ਅੱਛੀ ਤਰ੍ਹਾਂ ਲਿਪ ਪੋਚ ਕੇ ਔਰ ਉਹਦੇ ਵਿੱਚ ਫਿਰ ਕੀ ਕਰਦੇ ਆ, ਉਹਦੇ ਵਿੱਚ ਪਾਥੀਆਂ ਜਿਹੜੀਆਂ ਗੋਹੇ ਦੀਆਂ ਬਣਾਈਆਂ ਹੋਈਆਂ ਉਹ ਰੱਖ ਦਿੰਦੇ ਆ ਤਾਂ ਕਿ ਬਾਰਿਸ਼ ਦੇ ਨਾਲ ਉਹ ਗਿੱਲੀਆਂ ਨਾ ਹੋਣ, ਵੀ ਗਿੱਲੀਆਂ ਨਾ ਹੋਣ ਉੱਥੇ ਜਦੋਂ ਉਹ, ਕਿਉਂਕਿ ਗਿੱਲਾ ਗੋਹਾ ਜਿਹੜਾ ਉਹ ਧੁੱਪਦਾ ਰਹਿੰਦਾ ਉਹ ਜਲਦਾ ਨਹੀਂ ਹੈ, ਤਾਂ ਉਹ ਗੋਹਾ ਉਹ ਪਾਥੀਆਂ ਜਿਹੜੀਆਂ ਉਹ ਰੋਟੀ ਜਦੋਂ ਪਕਾਉਂਦੇ ਤਾਂ ਚੁੱਲ੍ਹੇ ਦੇ ਵਿੱਚ ਬਾਲੀਆਂ ਜਾਂਦੀਆਂ ਹਨ, ਪਰ ਉਹ ਰੱਖੀਆਂ ਗੁਹਾਰੇ ਦੇ ਵਿੱਚ ਸਾਂਭ ਕੇ ਰੱਖੀਆਂ ਜਾਂਦੀਆਂ ਹਨ ਤਾਂ ਕਿ ਇਹ ਗਿੱਲੀਆਂ ਨਾ ਹੋਣ, ਜੇ ਗਿੱਲੀਆਂ ਹੋ ਗਈਆਂ ਤਾਂ ਰੋਟੀ ਪਕਾਉਣੀ ਔਖੀ ਹੋ ਜਾਏਗੀ। ਅੱਗੇ ਕੀ ਹੈ? ਸਿੱਟਾ। ਇੱਕ ਸਿੱਟਾ ਅਸੀਂ ਕਨਕਲੂਜਨ ਕਹਿ ਦਿੰਦੇ ਹਾਂ, ਕਹਿੰਦੇ ਉਸ ਗੱਲ ਦਾ ਕੋਈ ਸਿੱਟਾ ਨਿਕਲਿਓ ਨਹੀਂ। ਹੁਣ ਅੱਜ ਕੱਲ੍ਹ ਕੀ ਹੈ, ਫਸਲਾਂ ਜਦੋਂ ਪੱਕ ਜਾਂਦੀਆਂ ਤਾਂ ਕਣਕ ਦੇਖੀਏ, ਕਣਕ ਦੇ ਐਸੇ ਸਿੱਟੇ ਬਣੇ ਹੁੰਦੇ ਨੇ ਗੋਲਡਨ, ਕਹਿੰਦੇ ਸੁਨਹਿਰੀ, ਕਹਿੰਦੇ ਕਣਕ ਤਾਂ ਹੁਣ ਸੋਨੇ ਰੰਗੀ ਹੋਈ, ਸੁਨਹਿਰੀ ਪੱਕ ਕੇ ਉਹ ਸਿੱਟਿਆਂ ਦੇ ਵਿੱਚ ਇੱਕ ਇੱਕ ਦਾਣਾ ਜਿਹੜਾ ਉਹ ਰੋਇਆ ਜਾਂਦਾ ਹੈ। ਉਹ ਸਿੱਟਿਆਂ ਦੇ ਵਿੱਚ ਇੱਕ ਕਣਕ ਦਾ ਵੀ ਸਿੱਟਾ ਹੁੰਦਾ, ਬਾਜਰੇ ਦਾ ਵੀ ਸਿੱਟਾ ਹੁੰਦਾ, ਜਿਹੜੀ ਮੱਕੀ ਹੁੰਦੀ ਉਹ ਛੱਲੀਆਂ ਹੁੰਦੀਆਂ, ਛੱਲੀਆਂ ਦੇ ਭਰੇ ਹੁੰਦੀ ਹੈ ਮੱਕੀ ਦਾ, ਔਰ ਇਹ ਸਿੱਟੇ ਜਿਹੜੇ ਹੈ ਇਹ ਬਾਜਰੇ ਦਾ ਸਿੱਟਾ, ਕਣਕ ਦੇ ਦਾਣਿਆਂ ਦਾ, ਜਦੋਂ ਕਣਕ ਸਿੱਟੇ ਫਲੀਆਂ ਜਿਹੜੀਆਂ ਦਾਣਿਆਂ ਦੇ ਨਾਲ ਭਰ ਜਾਂਦੀਆਂ ਹਨ ਤਾਂ ਉਹਨੂੰ ਫਿਰ ਸਿੱਟਾ ਆਖਦੇ ਹਨ, ਕਣਕ ਦੇ ਸਿੱਟੇ। ਅੱਜ ਕੱਲ੍ਹ ਦੇਖੋਗੇ ਕਣਕ ਪੱਕੀ ਹੋਈ ਹੈ ਤਾਂ ਬਾਰਿਸ਼ ਤੋਂ ਪਹਿਲੇ ਪਹਿਲੇ ਕੀ ਕਰਦੇ ਆ ਕਿਸਾਨ, ਫਟਾਫਟ ਕਣਕ ਨੂੰ ਸਾਂਭਣ ਲਈ ਫਟਾਫਟ ਤਿਆਰ ਹੋ ਜਾਂਦੇ ਕਿ ਇਸ ਨੂੰ ਕਿਸ ਤਰ੍ਹਾਂ ਸਾਂਭਿਆ ਜਾਏ, ਇਸ ਨੂੰ ਸਾਂਭਿਆ ਜਾਏ ਤਾਂ ਕਿ ਇਹ ਸਿੱਟੇ ਜਿਹੜੇ ਆ ਇਹ ਖਰਾਬ ਨਾ ਹੋਣ, ਕਿਉਂਕਿ ਜੇ ਕਣਕ ਗਿੱਲੀ ਹੋ ਜਾਂਦੀ ਹੈ, ਬਾਰਿਸ਼ ਹੋ ਜਾਂਦੀ ਹੈ ਤਾਂ ਉਹ ਕਣਕ ਕਾਲੀ ਹੋ ਜਾਂਦੀ ਹੈ, ਤਾਂ ਉਹ ਕਣਕ ਕੀ ਹੈ ਉਹ ਫਿਰ ਕਿਸਾਨਾਂ ਦਾ ਬਹੁਤ ਸਾਰਾ ਨੁਕਸਾਨ ਹੋ ਜਾਂਦਾ, ਤਾਂ ਸਿੱਟਿਆਂ ਨੂੰ ਸਾਂਭਿਆ ਜਾਂਦਾ ਹੈ ਜਲਦੀ ਜਲਦੀ। ਇਹ ਸੀ ਅੱਜ ਦੇ ਔਖੇ ਸ਼ਬਦ, ਕੁਝ ਔਖੇ, ਕੁਝ ਰਲਵੇਂ ਮਿਲਵੇਂ, ਕੁਝ ਜਿਹੜੇ ਕਿ ਸਾਨੂੰ ਜ਼ਰੂਰੀ, ਜਿਨ੍ਹਾਂ ਦਾ ਅਰਥ ਪਤਾ ਹੋਣਾ ਚਾਹੀਦਾ ਉਹ। ਇਹ ਕਿਤਾਬ ਦੇ ਵਿੱਚ ਹਰ ਇੱਕ ਚੀਜ਼ ਦਿੱਤੀ ਹੋਈ ਹੈ, ਕੋਸ਼ਿਸ਼ ਕਰੋ ਇਸ ਨੂੰ ਅੱਛੀ ਤਰ੍ਹਾਂ ਪੜ੍ਹ ਲਓ, ਜੇ ਪੜ੍ਹੋਗੇ ਤਾਂ। ਇਸੇ ਕਰਕੇ ਅੱਜ ਅਣਡਿੱਠਾ ਪੈਰਾ ਨਹੀਂ ਦਿੱਤਾ, ਕਿਉਂਕਿ ਅਣਡਿੱਠਾ ਪੈਰਾ ਅਸੀਂ ਕਾਫੀ ਕਰ ਚੁੱਕੇ ਹਾਂ। ਅਣਡਿੱਠਾ ਪੈਰਾ ਉਹਦੇ ਵਿੱਚ ਕੀ ਹੈ? ਸੰਖੇਪ ਰਚਨਾ, ਸੰਖੇਪ ਰਚਨਾ ਦਾ ਫਾਰਮੈਟ। ਪ੍ਰੀਤੀ, ਸੰਖੇਪ ਰਚਨਾ ਦਾ ਫਾਰਮੈਟ ਕੀ ਹੈ? ਸਭ ਤੋਂ ਪਹਿਲੇ ਉੱਪਰ ਕੀ ਲਿਖਣਾ ਹੈ? मैम सरलेख, ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਸਾਨਾ ਥੱਲੇ ਆਪਾਂ ਸੰਖੇਪ ਰਚਨਾ ਕਰਾਂਗੇ, ਜਿੰਨੇ ਟੋਟਲ ਆਪਣੇ ਸ਼ਬਦ ਹੈ ਉਹਨੂੰ ਡਿਵਾਈਡ ਬਾਈ 3 ਕਰ ਦਾਂਗੇ, ਫਿਰ ਜਿੰਨੇ ਵਰਡਸ ਆਪਣੇ ਕੋਲ ਸ਼ਬਦ ਆਉਣਗੇ ਉਸਦੇ ਅਕੋਰਡਿੰਗ ਉਹਨੇ ਸ਼ਬਦਾਂ ਦੇ ਵਿੱਚ ਹੀ ਆਪਾਂ ਕਨਕਲੂਜਨ ਲਿਖਣਾ ਹੈ ਕਿ ਕੀ ਕਰਕਸ ਕੀ ਆ ਰਿਹਾ ਹੈ। ਜਦੋਂ ਅਸੀਂ ਡਿਵਾਈਡ ਕਰਦੇ ਉਹਨਾਂ ਸ਼ਬਦਾਂ ਨੂੰ ਕੀ ਕਹਿੰਦੇ ਆ? ਕਿਆ ਕਹਿੰਦੇ ਸੀਗੇ? ਸਰਲੇਖ, ਇੱਕ ਤਿਹਾਈ, ਇੱਕ ਤਿਹਾਈ। ਕੁੱਲ ਸ਼ਬਦ ਸਭ ਤੋਂ ਪਹਿਲੇ ਸਿਰਲੇਖ, ਦੂਸਰੇ ਪਾਸੇ ਇੱਕ ਸਾਈਡ ਤੇ ਸੰਖੇਪ ਰਚਨਾ, ਨਾਲ ਦੀ ਨਾਲ ਅਸੀਂ ਇੱਕ ਲਾਈਨ 'ਚ ਥੱਲੇ ਲਿਖ ਲਓ, ਉਹਨੂੰ ਲਿਖ ਲਓਗੇ। ਉਹ ਜਿਹੜੀ ਪੈਰਸੀ ਹੋਏਗੀ ਜਾਂ ਸੰਖੇਪ ਰਚਨਾ ਜਾਂ ਕੋਈ ਪੈਰਾ ਆ ਜਾਂਦਾ, ਜੇ 2 ਲਾਈਨਾਂ ਜਾਂ 3 ਲਾਈਨਾਂ ਜਾਂ 5 ਲਾਈਨਾਂ, ਤਾਂ ਉਹਨੂੰ ਉਹਦੇ ਥੱਲੇ ਲਿਖ ਲਓਗੇ ਤੇ ਨੀਚੇ ਲਿਖੋਗੇ ਕੁੱਲ ਸ਼ਬਦ, ਇੱਕ ਸਾਈਡ ਤੇ ਕੁੱਲ ਸ਼ਬਦ, ਕੁੱਲ ਸ਼ਬਦ ਲਿਖ ਕੇ ਨੀਚੇ ਲਿਖੋਗੇ ਇੱਕ ਤਿਹਾਈ, ਕੁੱਲ ਸ਼ਬਦ 150 ਡਿਵਾਈਡ ਬਾਈ 3, 3 ਦੇ ਨਾਲ ਉਹਨੂੰ ਕਰ ਦੋਗੇ ਕਟਿੰਗ ਕਰੋਗੇ, ਕਟਿੰਗ ਕਰਕੇ ਸਾਡੇ 50 ਸ਼ਬਦ ਰਹਿ ਗਏ, ਤਾਂ ਇੱਕ ਤਿਹਾਈ ਸਾਡੇ ਸ਼ਬਦ ਜਿਹੜੇ ਹਨ ਉਹ 50। ਠੀਕ ਹੈ, ਅੱਜ ਅਸੀਂ ਕੀ ਕੀ ਕੀਤਾ? ਸ਼ਬਦ ਬੋਧ, ਸ਼ਬਦ ਜੋੜ, ਸ਼ਬਦ ਜੋੜ ਜਿਸ ਵਿੱਚ ਅਸ਼ੁੱਧ ਸ਼ਬਦ ਕੀਤੇ, ਹਾਂ, ਅਖਾਣ ਕੀਤੇ। ਸ਼ਬਦ ਜੋੜ ਦਾ ਮਤਲਬ ਹੀ ਇਹ ਹੈ ਕਿ 2 ਸ਼ਬਦ ਤੁਹਾਨੂੰ ਦਿੱਤੇ ਹੋਏ, ਦੋਨਾਂ ਚੋਂ ਤੁਸੀਂ ਦੇਖਣਾ ਠੀਕ ਕਿਹੜਾ ਹੈ, ਤਾਂ ਉਹਨੂੰ ਕੀ ਕਹਿੰਦੇ? ਸ਼ਬਦ ਜੋੜ। ਸ਼ੁੱਧ ਅਸ਼ੁੱਧ ਕਿਹੜਾ ਠੀਕ ਹੈ? ਹਰਪ੍ਰੀਤ ਲੇਟ ਆਏ ਹੋ ਕਲਾਸ 'ਚ? ਮੈਮ ਮੈਂ 12:30 ਤੋਂ ਹੀ ਜੁਆਇਨ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਅੱਜ ਹੋਏ ਨਹੀਂ ਸੀ ਰਹੀ। ਕੋਈ ਗੱਲ ਨਹੀਂ ਉੱਚੇ, ਕੋਈ ਗੱਲ ਨਹੀਂ। ਅਸੀਂ ਅੱਜ ਸ਼ੁੱਧ ਕੀਤੇ ਸੀਗੇ, ਤੁਸੀਂ ਕਰ ਲਏ ਸ਼ੁੱਧ? ਹਾਂਜੀ ਮੈਮ, ਮੈਂ ਬੁੱਕ ਤੋਂ ਹੀ ਪੜ੍ਹੇ ਸੀਗੇ, ਫਿਰ ਉਹ ਅੱਜ। ਕੋਈ ਗੱਲ ਨਹੀਂ, ਬੁੱਕ ਚੋਂ ਪੜ੍ਹੇ, ਕੁਝ ਮੈਂ ਭੇਜੇ ਵੀ ਆ ਅੱਜ, ਉਹਨਾਂ ਦੇ ਫਾਰਮੂਲੇ ਆ ਜਿਹੜੇ ਕਿ ਫਾਰਮੂਲੇ ਤੁਸੀਂ ਕਰ ਲੋਗੇ ਤੇ ਉਹ ਮੈਨੂੰ ਲੱਗਦਾ ਫਟਾਫਟ ਠੀਕ ਹੋ ਜਾਣਗੇ, ਤੁਹਾਨੂੰ ਕੋਈ ਗਲਤੀ ਲੱਗੇਗੀ ਨਹੀਂ। ਸ਼ੁੱਧ ਹਾਂਜੀ ਮੈਮ। ਲਾਂ ਵਾਲੇ ਸ਼ਬਦ ਹਮੇਸ਼ਾ ਸਿਹਾਰੀ 'ਚ ਬਦਲ ਜਾਂਦੇ ਹਨ। ਲਾਂ ਉਡਾ ਦੋ ਔਰ ਸਿਹਾਰੀ ਪਾ ਦੋ, ਦੁਲਾਵਾਂ ਉਡਾ ਦੋ ਔਰ ਹਾਹੇ, ਦੁਲਾਵਾਂ ਜਿੱਥੇ ਹੋਣਗੇ ਉੱਥੇ ਹਾਹਾ ਵੀ ਨਾਲ ਹੋਏਗਾ। ਉੱਥੇ ਕਿੱਦਾਂ ਮੈਮ ਕਿੱਦਾਂ ਦੁਬਾਰੇ ਦੱਸਿਓ ਆਹ ਵਾਲਾ? ਲਾਂ ਵਾਲਾ ਸ਼ਬਦ ਹੈ ਸਿਹਤ, ਸਿਹਤ ਹਾਂਜੀ ਸ਼ਬਦ,
ਲਾਂ ਨੂੰ ਉਡਾ ਦਿਓ। ਪਹਿਲਾਂ ਹੀ ਦੇਖੋ ਆਪਣਾ ਟੌਪਿਕ ਜਿਹੜਾ ਸਿਹਤ ਹੈ, ਉਹਨੂੰ ਲਾਂ ਨੂੰ ਉਡਾ ਦੋਗੇ ਔਰ ਸਿਹਾਰੀ ਨਾਲ ਉਹਨੂੰ ਸਿਹਤ ਠੀਕ ਕਰ ਲਓਗੇ। ਹਾਂਜੀ ਮੈਮ। ਹਾਹਾ ਵੀ ਨਾਲ ਹੁੰਦਾ ਹੈ। ਦੁਲਾਵਾਂ ਦੇ ਵਿੱਚ ਜਦੋਂ ਹਾਹਾ ਨਾਲ ਹੁੰਦਾ ਹੈ, ਤਾਂ ਦੁਲਾਵਾਂ ਉਡਾ ਦੋਗੇ, ਹਾਹੇ ਨੂੰ ਸਿਹਾਰੀ ਪਾ ਦੋਗੇ। ਤਾਂ ਇਹ ਛੋਟੇ ਛੋਟੇ ਫਾਰਮੂਲੇ ਹੈ। ਡੱਡਾ ਢੱਡੇ 'ਚ ਬਦਲੇਗਾ, ਗੱਗਾ ਘੱਗੇ 'ਚ ਬਦਲੇਗਾ। ਤਾਂ ਇਹ ਥੋੜ੍ਹੇ ਜਿਹੇ ਦਿੱਤੇ ਸੀਗੇ ਮੈਂ ਜਿਹੜੇ ਕਿ ਤੁਸੀਂ ਇਹਨਾਂ ਨੂੰ ਕਰ ਲੈਣਾ, ਕਰਕੇ ਫਿਰ ਤੁਹਾਨੂੰ ਸੌਖਾ ਜਿਹਾ ਲੱਗਣਾ ਸ਼ੁਰੂ ਹੋ ਜਾਏਗਾ। ਫਿਰ ਵੀ ਜੇ ਕੋਈ ਪ੍ਰੋਬਲਮ ਹੋਏਗੀ ਤਾਂ ਨੈਕਸਟ ਵਿੱਚ ਮੈਨੂੰ ਦੱਸ ਦੇਣਾ, ਮੈਂ ਉਹ ਠੀਕ ਕਰਾ ਦਾਂਗੀ ਤੁਹਾਨੂੰ। ਹਾਂਜੀ ਮੈਮ, ਠੀਕ ਹੈ ਮੈਮ। ਮੈਮ ਮੈਮ ਹਾਂਜੀ ਮੈਮ ਅੱਜ ਜਿਹੜੀ PDF ਆਈ ਹੈ ਨਾ ਨਾਲ ਲਿੰਕ ਦੇ ਨਾਲ, ਉਸਦੇ ਵਿੱਚ ਜਿਹੜੇ ਤੁਸੀਂ ਅੱਜ ਲਾਸਟ 'ਚ ਸ਼ਬਦ ਕਰਵਾਏ ਹੈ ਹੋਰ, ਹਾਂ ਉਹ ਹੋਰ ਦਿੱਤੇ ਹੋਏ ਸੀਗੇ PDF 'ਚ ਤੇ ਤੁਸੀਂ ਹੋਰ ਕਰਵਾਏ ਆ ਅੱਜ। ਕਿਹੜੇ ਗਹਿਣੇ ਗਹਿਣੇ ਵਾਲੇ? ਹਾਂਜੀ ਹਾਂਜੀ ਮੈਮ, ਹੋਰ ਉਹ ਜਿਹੜੇ ਹੈਲੋ ਜਿਹੜੇ ਵਿੱਚ ਬੁੱਕ ਨਾ ਬੁੱਕ ਵਾਲਾ ਪੇਜ ਆ ਗਿਆ ਹੋਣਾ। ਹਾਂਜੀ, ਉਹ ਬੁੱਕ ਵਾਲਾ 48 ਨੰਬਰ ਵਾਲਾ ਪੇਜ ਆ ਗਿਆ, ਬਟ ਆਪਾਂ ਕਲਾਸ 'ਚ 98 ਨੰਬਰ ਵਾਲਾ ਪੇਜ ਕੀਤਾ ਹੈ। ਕੋਈ ਗੱਲ ਨਹੀਂ, ਇਹ ਉਹਨਾਂ ਨੂੰ ਦੁਬਾਰਾ ਕਹਿੰਦੇ ਭੇਜ ਦੇਣਗੇ। ਹਾਂਜੀ ਹਾਂਜੀ ਮੈਮ। ਨੰਬਰ 4 ਹੈ, ਦੇਖੋ ਤੁਹਾਡੇ ਉਹਦੇ ਵਿੱਚ 4 ਨੰਬਰ ਹੈਗਾ ਪੇਜ, 4 ਨੰਬਰ ਪੇਜ। ਮੈਮ 4 ਨੰਬਰ ਪੇਜ ਤੇ ਤਨ ਠਿੱਟਾ ਪੈਰ ਸ਼ਹੀਦ ਹਾਂ ਮੈਮ, 4 ਇਹ ਤਾਂ ਹੈਗੇ ਹੈ, ਇਹ ਹਾਂ ਤਾਂ 4 ਹੈ ਮੈਮ ਸ਼ੁੱਧ ਵਾਲੇ। ਹਾਂਜੀ ਕਿਪਸੀ ਆ ਸ਼ੁੱਧ ਸ਼ੁੱਧ ਕਹਿ ਰਹੇ ਹੋ? ਨਹੀਂ ਮੈਮ, ਜਿਹੜੇ ਲਾਸਟ 'ਚ ਕੀਤੇ ਆਪਾਂ ਗਹਿਣਿਆਂ ਵਾਲੇ ਨਾ, आया ਹਾਂ चाय ਜਿਹੜੇ ਲਾਸਟ 'ਚ। ਪੇਜ ਨੰਬਰ 4 ਦੇਖੋ ਨਾ, ਪੇਜ ਨੰਬਰ 4 काजू कोकिला दोनों फोन नहीं उठा रहे मेरा 4 ਪੇਜ ਨੰਬਰ ਆਇਆ ਤੁਹਾਡੇ ਕੋਲ? ਮੈਮ ਉਹ ਤੇ ਤਾਂ ਅਣਡਿੱਠਾ ਪੈਰਾ ਹੈ। हाँ तो ਉਹਦੇ चाय 'ਚ ਤਾਂ ਅੰਡਿੱਠਾ ਪੈਰ ਹੈ ਮੈਮ। चाय के साथ ਇਹ ਤਾਂ ਅੱਜ ਦਿੱਤਾ ਹੀ ਨਹੀਂ। और नमकीन भी ਹਾਂਜੀ चाहिए ਹਾਂਜੀ तो ਅੰਡਿੱਠਾ ਪੈਨ ਤਾਂ ਅੱਜ ਕਰਵਾਇਆ ਹੀ ਨਹੀਂ, ਕਰਵਾਉਣਾ ਨਹੀਂ, ਕਿਉਂਕਿ ਬਾਕੀ ਸਿਲੇਬਸ ਇੰਨਾ ਸੀਗਾ ਉਹ ਅੱਜ ਖਤਮ ਕਰਾਉਣਾ ਸੀ ਨਾ ਮੈਂ, ਜਿਹੜੇ ਜ਼ਰੂਰੀ ਰਹਿ ਗਏ ਸੀ फोन topic। उठा रहे उनको बोलो मेरे फोन उठाए हैं ਠੀਕ ਹੈ, ਕੋਈ ਨਹੀਂ, ਮੈਂ ਉਹਨਾਂ ਨੂੰ ਕਹਿੰਦੀ ਇੱਕ ਵਾਰੀ PDF ਦੁਬਾਰਾ ਭੇਜਣਗੇ। अग्रवाल को बोलो ਹਾਂਜੀ ਉਹਨਾਂ ਹਾਂਜੀ ਨੂੰ ਜਿਹੜੀ ਉਹਨਾਂ ਨੇ ਮੇਰੇ ਕੋਲ ਭੇਜੀ ਸੀ, ਮੈਂ ਚੈੱਕ ਕੀਤਾ, ਉਹਦੇ ਵਿੱਚ ਸੀਗਾ ਇਹ। ਓਕੇ ਕਹਿੰਦੇ ਦੁਬਾਰਾ ਭੇਜ ਦੇਣਗੇ, ਕੋਈ ਗੱਲ ਨਹੀਂ, ਕੁਛ ਨਹੀਂ ਹੁੰਦਾ, ਕੋਈ ਗੱਲ ਨਹੀਂ। ਠੀਕ ਹੈ। ਅੱਗੇ ਪਿੱਛੇ ਹੋ ਗਿਆ ਹੋਣਾ, ਵੈਸੇ ਉਹਨਾਂ ਨੇ ਮੈਂ ਚੈੱਕ ਕੀਤਾ, ਉਹਦੇ PDF 'ਚ ਆਇਆ ਹੋਇਆ। ਠੀਕ ਹੈ, ਚਲੋ, ਆਲ ਦਾ ਬੈਸਟ।